ਚੱਬੇ ਦੇ ਨਜ਼ਦੀਕ ਰੇਲਵੇ ਸਟੇਸ਼ਨ ਉੱਥੇ ਉਹ ਬੀਬੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ, ਲੈਣ ਦੇ ਉੱਪਰ ਹੀ। ਲੈਣ ਦੇ ਉੱਪਰ ਇੱਕ ਪਾਸੇ ਗੁਰਦੁਆਰਾ, ਦੂਜੇ ਪਾਸੇ ਸੰਗਰਾਣਾ ਸਾਹਿਬ ਰੇਲਵੇ ਸਟੇਸ਼ਨ ਹੈ, ਦੂਜਾ ਸਟੇਸ਼ਨ ਗੋਲਵੜ ਹੈ, ਨਾਲ ਹੀ ਚੱਬਾ ਪਿੰਡ ਹੈ। ਇਸ ਤਰ੍ਹਾਂ ਦੀ ਸੇਮ ਸਟੋਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਹੋਈ ਲਿਖੀ ਹੈ ਕਵੀ ਭਾਈ ਸੰਤੋਖ ਸਿੰਘ ਜੀ ਨੇ। ਇੱਥੇ ਬੀਬੀ ਦਾ ਨਾਮ ਨਹੀਂ ਆਇਆ, ਪਰ ਨਾਮ ਚੱਬਾ ਪਿੰਡ ਜ਼ਰੂਰ ਆਇਆ ਹੈ। ਉਹਨੇ ਬਿਲਕੁਲ ਇੰਝ ਹੀ ਗੁਰੂ ਜੀ ਨੂੰ ਸ਼ਿਕਾਰ ਖੇਡਣ ਜਾਂਦਿਆਂ ਰਸਤੇ ਵਿੱਚ ਰੋਕ ਕੇ ਤੇ ਬੇਨਤੀ ਕੀਤੀ, ਬਿਨਾਂ ਕਰਿੰਦੀ ਉਹ ਸਤਿਗੁਰੂ ਗੋਬਿੰਦ ਸਿੰਘ ਅੱਗੇ ਸੋਹਣੀ ਦਾੜੀ ਬੀਬੀ ਪੱਗੇ, ਗੋਤ ਵੜਾਏ ਚ ਪਿੰਡ ਹੈ ਚੱਬੇ, ਖਾਲੀ ਚੱਲੀ ਜੇ ਇੱਕ ਫਲ ਲੱਗੇ। ਤਾਂ ਇੰਝ ਹੀ ਗੁਰੂ ਸਾਹਿਬ ਜੀ ਨੇ ਏਕਾ ਪਾਉਣਾ ਚਾਹਿਆ ਤੇ ਸਾਥਾ ਪਿਆ। ਕਹਿਣ ਲੱਗੇ ਬੀਬੀ ਤੇਰੇ ਘਰ ਲੈ ਇੱਕ ਪੁੱਤਰ ਲਿਖ ਦਿੱਤਾ। ਸਿੰਘ ਕਹਿਣ ਲੱਗਾ ਜੀ ਇਹ ਤੇ ਸਾਥਾ ਪੈ ਗਿਆ। ਮਰ ਕਹਿੰਦੇ ਚੱਲ 7 ਹੋਣਗੇ। ਇੰਜ ਗੁਰੂ ਸਾਹਿਬਾਂ ਨੇ ਵਰ ਬਖਸ਼ਿਸ਼ ਕੀਤਾ। ਇਹ ਪ੍ਰਸੰਗ ਆਪਨੇ ਕੱਲ ਸਰਵਣ ਕੀਤਾ ਹੈ। ਅਗਲਾ ਪ੍ਰਸੰਗ ਪਿਆਰ ਨਾਲ ਸੁਣੋ ਜੀ। ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਮਾ ਪਾਏ ਸੁਤ ਸਾਤੇ ਪਾਏ। ਸਮਾਂ ਪਾ ਕੇ ਉਸ ਬੀਬੀ ਦੇ ਘਰ 7 ਪੁੱਤਰ ਪੈਦਾ ਹੋਏ। ਗੁਰ ਮਹਿਮਾ ਕੋ ਬਹੁ ਬਿਦਤਾਏ। ਗੁਰੂ ਜੀ ਦੀ ਮਹਿਮਾ ਬਹੁਤ ਭਾਰੀ ਤਖਤ ਸ੍ਰੀ ਦਮਦਮਾ ਸਾਹਿਬ ਵਾਲੇ ਪਾਵਨ ਸਥਾਨ ਤੇ ਪ੍ਰਗਟ ਹੋਈ ਹੈ। ਪੋਨੇ ਉਦਿਆਨ ਸਕਾਰ ਸਦਾਰੇ। ਫਿਰ ਗੁਰੂ ਸਾਹਿਬ ਜੀ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਚਲੇ ਗਏ। ਇਤੇ ਉਤ ਵਿਚਰਤਾ ਮ੍ਰਿਗਨ ਨਿਹਾਰੇ। ਇਧਰ ਉਧਰ ਫਿਰਦੇ ਹਿਰਨ ਵੇਖਦੇ ਪਏ ਸਨ। ਨਹੀਂ ਅਖੇਰ ਕਉ ਤੇ ਪਾਵਾ। ਪਰ ਕਿਤੋਂ ਵੀ ਸ਼ਿਕਾਰ ਨਹੀਂ ਲੱਭਿਆ। ਤਬ ਸਿੰਘਨ ਸਨ ਪ੍ਰਭੂ ਅਲਾਵਾ। ਤਦੋਂ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਦੇ ਤਾਈਂ ਬਚਨ ਕੀਤਾ। ਕਿਹ ਸਿੱਖ ਨੇ ਕੰਗਾ ਨਹਿ ਕਰਿਓ। ਭਾਈ ਕਿਸੇ ਸਿੰਘ ਨੇ ਆਪਣੇ ਵਿੱਚੋਂ ਕੇਸਾਂ ਦੇ ਵਿੱਚ ਕੰਗਾ ਨਹੀਂ ਕੀਤਾ। ਕੰਗਾ ਨਾ ਕਰਨਾ ਸੁਸਤੀ ਦੀ, ਆਲਸ ਦੀ ਨਿਸ਼ਾਨੀ ਹੈ। ਕਈ ਵਾਰੀ ਮੇਰੇ ਵਰਗੇ ਸੋਚ ਲੈਂਦੇ ਨੇ ਪੱਗ ਬੰਨੀ ਹੈ, ਰਾਤ ਉਤਰਾ ਹੀ ਬੰਨੀ ਰੱਖੋ, ਸਵੇਰੇ ਉਂ ਹੀ ਮੂੰਹ ਤੇ ਹੱਥ ਫੇਰਿਆ ਚਲੋ ਮੇਰੇ ਭਾਈ, ਤੇ ਸਾਰੀ ਦਿਹਾੜੀ ਫਿਰ ਬੰਨੀ ਰੱਖੋ, ਸ਼ਾਮਾਂ ਨੂੰ ਫਿਰ ਉਂਝੀ। ਪਰ ਇੰਜ ਨਹੀਂ ਹੋਣਾ ਚਾਹੀਦਾ। ਇਹ ਆਲਸ ਹੈ, ਦਲਿੱਦਰ ਹੈ। ਰਹਿਤਨਾਮੇ ਦੇ ਬਚਨ ਨੇ ਕੰਗਾ ਦੋਨੋਂ ਭਗਤ ਕਰ, ਭਾਗ ਚੁਨੇ ਕਰ ਬੰਧਈ, ਦਾਤਨ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ। ਭਾਈ ਨੰਦ ਲਾਲ ਜੀ ਦਾ ਰਹਿਤਨਾਮਾ ਹੈ ਕਿ ਜਿਹੜਾ ਕੰਗਾ ਹੈ ਸਵੇਰੇ ਅਤੇ ਸ਼ਾਮ 2 ਟਾਈਮ ਲਾਜ਼ਮੀ ਹੋਣਾ ਚਾਹੀਦਾ ਹੈ ਕੇਸਾਂ ਦੇ ਵਿੱਚ। ਇੱਕ ਤਾਂ ਜੋ ਕੇਸਾਂ ਦੇ ਵਿਚਲੀ ਜਿਹੜੀ ਬਿਜਲੀ ਹੈ, ਤੁਸੀਂ ਕਦੀ ਵੇਖਿਆ ਹੋਊਗਾ, ਹਨੇਰੇ ਵਿੱਚ ਕੇਸਾਂ ਨੂੰ ਵਾਹੋਗੇ ਤੇ ਵਿੱਚੋਂ ਤਾਰਾਂ ਜੀਆਂ ਚਮਕਣਗੀਆਂ ਬਿਜਲੀ ਦੀ ਤਰ੍ਹਾਂ। ਕੇਸਾਂ 'ਚ ਬਿਜਲੀ ਹੁੰਦੀ ਹੈ, ਉਹ ਲੱਕੜ ਦੇ ਕੰਘੇ ਨਾਲ ਸ਼ਾਂਤ ਹੋ ਜਾਂਦੀ ਹੈ। ਦੂਸਰਾ, ਸਿਰ ਦੀ ਮਾਲਿਸ਼ ਹੋ ਜਾਂਦੀ ਹੈ, ਕਸਰਤ ਹੋ ਜਾਂਦੀ ਹੈ ਤੇ ਸਰੀਰ ਤਰੋ ਤਾਜ਼ਾ ਹੋ ਜਾਂਦਾ ਹੈ। ਕੇਸਾਂ ਨੂੰ ਦੋਵੇਂ ਟਾਈਮ ਹਵਾ ਵੀ ਲਵਾਉਣੀ ਹੈ ਤੇ ਕੰਘਾ ਵੀ ਕਰਨਾ ਹੈ। ਐਵੇਂ ਦਲਿੱਦਰ ਨਹੀਂ ਪਾਈ ਰੱਖਣਾ। ਤੋ ਗੁਰੂ ਮਹਾਰਾਜ ਦੇ ਨਾਲ ਕਿਸੇ ਸਿੰਘ ਨੇ ਕੰਘਾ ਨਹੀਂ ਸੀ ਕੀਤਾ। ਮਾਰੇ ਕਹਿੰਦੇ ਆਪਾਂ ਨੂੰ ਸ਼ਿਕਾਰ ਕਿਉਂ ਨਹੀਂ ਮਿਲਿਆ? ਕਿਸੇ ਨੇ ਕੰਘਾ ਨਹੀਂ ਕੀਤਾ। ਦੱਸੋ ਕਿੰਨੇ ਨਹੀਂ ਕੰਘਾ ਕੀਤਾ? ਇੱਥੇ ਹੁਣੇ ਦਸਤਾਰ ਲਾਏ ਤੇ ਆਪਦੇ ਸਿਰ 'ਚ ਕੰਘਾ ਕਰੇ। ਜਿਸ ਤੇ ਨਹਿ ਸ਼ਿਕਾਰ ਕਰ ਭਰਿਓ। ਜਿਸ ਕਰਕੇ ਸਾਨੂੰ ਅੱਜ ਸ਼ਿਕਾਰ ਨਹੀਂ ਮਿਲ ਰਿਹਾ। ਮਤਲਬ ਕੇਸਾਂ 'ਚ ਕੰਘਾ ਨਾ ਕਰਨ ਕਰਕੇ
ਦਸਤਾਰ ਨੂੰ ਚੁੰਡ ਕੇ ਨਾ ਬੰਨਣ ਦੇ ਨਾਲ ਕੰਮ ਨਹੀਂ ਸੌਰਦਾ ਹੈ। ਕੋਈ ਕੰਮ ਕਰਨ ਜਾਓ ਤੇ ਉਹਦੇ ਵਿੱਚ ਵਿਘਨ ਪੈਂਦਾ ਹੈ। ਸੁਨਿਓ ਸਭਨ ਇਕ ਨੇ ਕਹਿ ਦੀਨਾ। ਸਾਰੇ ਕਹਿੰਦੇ ਜੀ ਅਸੀਂ ਕੰਗਾ ਕੀਤਾ ਹੈ, ਪਰ ਵਿੱਚੋਂ ਉਹ ਇੱਕ ਮੇਰੇ ਵਰਗਾ ਬੋਲ ਪਿਆ, ਮੈਂ ਕੰਗਾ ਕੇਸਨ ਨਹਿ ਕੀਨਾ। ਇਹ ਸੱਚੇ ਪਾਤਸ਼ਾਹ ਜੀਓ, ਮੈਂ ਕੇਸਾਂ ਦੇ ਵਿੱਚ ਕੰਗਾ ਨਹੀਂ ਕੀਤਾ। ਕਈ ਵਾਰ ਉਹੀ 2-3 ਵਾਰ ਸਿਰ 'ਚ ਕੰਗਾ ਮਾਰ ਕੇ ਤੇ ਜੂੜਾ ਖੋਲੀਦਾ ਹੀ ਨਹੀਂ, ਉਹੀ ਗੰਢ ਜੀ ਕੱਸ ਕੇ ਤੇ ਚਲੋ ਮੇਰੇ ਭਾਈ ਟੁੱਟੇ ਹੋਏ ਕੇਸ ਜੋ ਵੀ ਹੈ ਵਿੱਚ ਹੀ ਰੱਖ ਲਈਦਾ। ਇਹ ਵੀ ਇੱਕ ਦਲਿੱਦਰ ਹੈ। ਕੰਗੇ ਦੇ ਵਿੱਚ ਵੀ ਕੇਸ ਨਹੀਂ ਹੋਣੇ ਚਾਹੀਦੇ। ਕੰਗਾ ਕਰਕੇ ਕੰਗੇ ਨੂੰ ਸਾਫ਼ ਕਰਨਾ ਚਾਹੀਦਾ ਹੈ। ਕੇਸਾਂ ਨੂੰ ਮਲੇਟ ਕੇ ਕੋਈ ਜਗ੍ਹਾ ਨਾ ਹੋਵੇ ਤੇ ਆਪਦੇ ਭਾਵੇਂ ਪੌਕਟ 'ਚ ਪਾ ਲਏ, ਸੁੱਟਣੇ ਵੀ ਨਹੀਂ ਹਨ। ਆਸਵਾਣੇ ਮੈਂ ਬਈਏ ਵੇਖੇ ਨੇ 100 ਗ੍ਰਾਮ ਦੇ 100 ਰੁਪਈਏ, ਪਤਾ ਨਹੀਂ 200 ਦੇ 200 ਰੁਪਈਆ, ਕਿਲੋ ਦਾ 1000 ਰੁਪਈਆ। ਇਹ ਲੋਕ ਸੋ ਕੇਸ ਲੈਂਦੇ ਫਿਰਦੇ ਨੇ। ਇੰਜ ਕੇਸਾਂ ਨੂੰ ਵੇਚਣਾ ਵੀ ਨਹੀਂ ਹੈ, ਨਾਲੀਆਂ ਗੰਦੀਆਂ 'ਚ ਵੀ ਨਹੀਂ ਸੁੱਟਣਾ, ਤੇ ਜਿੱਥੇ ਲੱਕੜਾਂ ਦੀ ਅੱਗ ਹੋਵੇ ਉਹਦੇ ਤੇ ਸੰਸਕਾਰ ਕਰ ਦੇਣਾ, ਪਰ ਉਹਦੀ ਸਮੈਲ ਨੱਕ ਨੂੰ ਨਹੀਂ ਆਉਣੀ ਚਾਹੀਦੀ। ਡਾਕਟਰੀ ਸਲਾਹ ਮੁਤਾਬਕ ਸੋ ਕਹਿੰਦੇ ਵੀ ਕੈਂਸਰ ਹੋਣ ਦੀ ਨਿਸ਼ਾਨੀ ਹੁੰਦੀ ਹੈ। ਤੋ ਜਾਂ ਵਗਦੇ ਪਾਣੀ ਦੇ ਵਿੱਚ ਪ੍ਰਵਾਹ ਕੀਤੇ ਜਾਣ। ਇੰਜ ਸੋ ਜੇ ਸੰਸਕਾਰ ਕਰਨਾ ਹੋਵੇ ਤੇ ਉੱਪਰ ਥੋੜ੍ਹਾ ਬਹੁਤਾ ਘਿਓ ਪਾ ਕੇ, ਤਾਂ ਕਿ ਇਹੋ ਜਿਹੀ ਸਮੈਲ ਨਾ ਆਵੇ, ਜਾਂ ਇਸ ਤਰੀਕੇ ਦੇ ਨਾਲ ਵਾਤਾਵਰਨ ਦੂਸ਼ਿਤ ਨਾ ਹੋਵੇ। ਉਂਝ ਸੋ ਸੰਸਕਾਰ ਕਰਨਾ ਚਾਹੀਦਾ, ਸੁੱਟਣੇ ਨਹੀਂ ਚਾਹੀਦੇ ਹਨ। ਘਰਾਂ ਦੇ ਵਿੱਚ ਕੱਪੜੇ ਦੀਆਂ ਗੁਥਲੀਆਂ ਜਾਂ ਗੱਤੇ ਦੇ ਡੱਬਿਆਂ ਦੇ ਵਿੱਚ ਉਹਨਾਂ ਨੂੰ ਪਾ ਕੇ ਜਮ੍ਹਾਂ ਕਰ ਦੇਣਾ ਚਾਹੀਦਾ। ਜਦੋਂ ਬਹੁਤੇ ਹੋ ਜਾਣ ਫਿਰ ਉਹਨਾਂ ਦੀ ਸੇਵਾ ਸੰਭਾਲ ਸੰਸਕਾਰ ਦੇ ਤੌਰ ਤੇ ਜਾਂ ਜਲ ਪ੍ਰਵਾਹ ਦੇ ਤੌਰ ਤੇ ਕੀਤੀ ਜਾਵੇ। ਹੁਕਮ ਕਰਿਓ ਅਬ ਵੀ ਕਰ ਲੀਜੈ। ਮਹਾਰਾਜ ਕਹਿੰਦੇ ਅਜੇ ਵੀ ਸਮਾਂ ਹੈ, ਤੂੰ ਇੱਥੇ ਬੈਠ ਤੇ ਦਸਤਾਰ ਉਤਾਰ। ਕਈ ਮੇਰੇ ਵਰਗੇ ਖੜੇ ਖੜੋਤੇ ਹੀ ਕੰਗਾ ਕਰੀ ਜਾਣਗੇ, ਉਹਦੇ ਨਾਲ ਕੇਸ ਟੁੱਟ ਕੇ ਭੁੰਜੇ ਡਿੱਗ ਪੈਂਦੇ ਨੇ। ਚੌਂਕੜਾ ਮਾਰ ਕੇ ਅੱਗੇ ਬਸਤਰ ਵਿਛਾ ਕੇ, ਜਿਸ ਤਰ੍ਹਾਂ ਨਿਹੰਗ ਸਿੰਘ ਬੜੇ ਸਤਿਕਾਰ ਦੇ ਨਾਲ ਨਿੱਕੇ ਨਿੱਕੇ ਕੇਸ ਵੀ ਉਹ ਕੱਪੜੇ ਦੇ ਵਿੱਚੋਂ ਚੁਣ ਲੈਂਦੇ ਹਨ, ਤੇ ਇੱਕ ਦਸਤਾਰ ਦਾ ਉਹ ਸ਼ਬਦ ਵੀ ਪੜ੍ਹਦੇ ਹਨ ਜੋ ਬੁੱਢਾ ਦਲ ਦਾ ਸੁੰਦਰ ਗੁਟਕਾ ਸਾਹਿਬ ਹੈ, ਉਹਦੇ 'ਚ ਦੁਮਾਲੇ ਦਾ ਸ਼ਬਦ ਲਿਖਿਆ ਹੋਇਆ ਹੈ। ਮੈਂ ਇਹ ਭਾਵ ਲੈਂਦਾ ਹਾਂ ਭਈ ਤਿਆਰੀ ਕਰਦੇ ਹਾਂ ਆਪਾਂ ਤਾਂ, ਜਦੋਂ ਸਾਨੂੰ ਪਤਾ ਨਹੀਂ ਸੀ ਹੁੰਦਾ ਜਪਜੀ ਸਾਹਿਬ ਪੜ੍ਹੀ ਜਾਣਾ, ਫਿਰ ਕਈ ਵਾਰ ਇਹ ਵਿਚਾਰ ਹੁੰਦੀ ਸੰਗਤ 'ਚ ਵੀ ਨਿਤਨੇਮ ਆਪਣਾ ਚੰਗੀ ਤਰ੍ਹਾਂ ਬੈਠ ਕੇ ਤਿਆਰ ਹੋ ਕੇ ਗੁਟਕੇ ਤੋਂ ਵੇਖ ਕੇ ਸੁਖ ਸ਼ਾਂਤੀ ਨਾ ਕਰੋ। ਤੋ ਇਸ ਲਈ ਜੇ ਨਿਤਨੇਮ ਟਿਕਾ ਦੇ ਨਾਲ ਕਰਨਾ ਬਾਅਦ ਵਿੱਚ, ਤਾਂ ਦਮਾਲੇ ਵਾਲਾ ਸ਼ਬਦ ਮਤਲਬ ਸਮਾਂ ਵਿਅਰਥ ਨਾ ਜਾਵੇ। ਹੁਣ ਜਿੰਨੇ 10 ਮੀਟਰ ਦੀ ਜਾਂ 12 ਮੀਟਰ ਦੀ ਇੱਕ ਨਿਹੰਗ ਸਿੰਘ ਸਾਹਿਬ, ਉਹ ਪਤਾ ਨਹੀਂ 80 ਕਿਲੋ ਆਪਣਾ ਮੀਟਰ ਦੀ ਦਸਤਾਰ, 35 40 ਕਿਲੋ ਦੀ ਦਸਤਾਰ। ਹੁਣ ਫਤਿਹਗੜ੍ਹ ਸਾਹਿਬ ਦਰਸ਼ਨ ਕਰਨ ਗਏ, ਉੱਥੇ ਉਹ ਮਿਲੇ ਸਨ। ਏਡੀ ਵੱਡੀ ਦਸਤਾਰ ਬੰਨ੍ਹਦੇ ਆ ਕਾਫੀ ਚਿਰ ਲੱਗ ਜਾਂਦਾ, ਉਹ ਟਾਈਮ ਕਿਤੇ ਵਿਅਰਥ ਨਾ ਜਾਵੇ। ਇਸ ਲਈ ਉਹਨਾਂ ਨੇ ਉਹ ਪੱਕੇ ਹੀ ਸ਼ਬਦ ਰੱਖੇ ਹੋਏ ਨੇ ਵੀ ਜਦ ਵੀ ਦਸਤਾਰ ਬੰਨ੍ਹਣੀ ਹੈ ਸਮਾਂ ਵਿਅਰਥ ਨਾ ਜਾਵੇ, ਤਿਆਰੀ ਕਰਦੇ ਆ। ਕਿਉਂਕਿ ਕਬੀਰ ਜੀ ਨੇ ਲਿਖਿਆ ਹੈ, ਜੇ ਸਿਰ ਰਚ ਰਚ ਬੰਧਤ ਭਾਗ, ਸੋ ਸਿਰ ਚੁੰਚ ਸਵਾਰੈ ਕਾਗ। ਇਸ ਤਨ ਧਨ ਕੋ ਕਿਆ ਗਰਬਈਆ, ਰਾਮ ਨਾਮ ਕਾਹੇ ਨਾ ਦ੍ਰਿੜੀਆ। ਮਤਲਬ ਜਿਹੜਾ ਨਾਮ ਨਹੀਂ ਜਪਦਾ, ਆਪਦੀ ਤਿਆਰੀ ਫਿਆਰੀ ਦੇ ਵਿੱਚ ਟਾਈਮ ਗਵਾ ਦਿੰਦਾ। ਕਲਗੀਧਰ ਜੀ ਇਹ ਨਹੀਂ ਵੀ ਦਸਤਾਰ ਸਜਾਉਣੀ ਨਹੀਂ ਹੈ, ਵਧੀਆ ਤੋਂ ਵਧੀਆ ਵੱਧ ਤੋਂ ਵੱਧ ਟਾਈਮ ਲਾ ਕੇ ਮਹਾਰਾਜ ਪੌਂਡਾ ਸਾਹਿਬ ਦਸਤਾਰ ਜਿਹੜਾ ਸੋਹਣੀ ਸਜਾਉਂਦਾ ਉਹਨੂੰ ਇਨਾਮ ਦਿਆ ਕਰਦੇ ਸਨ। ਉੱਥੇ ਪੌਂਡਾ ਸਾਹਿਬ ਜਮਨਾ ਦੇ ਕੰਢੇ ਤੇ ਜਦੋਂ ਵੀ ਤਿਆਰੀ ਕਰਨੀ ਹੈ, ਤਿਆਰੀ ਕਰਦੇ ਹਾਂ ਦਸਤਾਰ ਆਦਿ ਸਜਾਉਂਦਿਆਂ ਹੋਇਆ ਦਮਾਲੇ ਦਾ ਸ਼ਬਦ ਜਾਂ ਚੌਪਈ ਸਾਹਿਬ ਜਾਂ ਜਪਜੀ ਸਾਹਿਬ ਦਾ ਪਾਠ ਕੀਤਾ ਜਾਏ, ਜਾਂ ਕੁਛ ਵੀ ਨਹੀਂ ਤਾਂ ਸਤਿਨਾਮ ਵਾਹਿਗੁਰੂ ਮੂਲ ਮੰਤਰ
ਇਉਂ ਆਪਾਂ ਸਮਾਂ ਸਫਲ ਕਰ ਸਕਦੇ ਹਾਂ। ਮਹਾਰਾਜ ਕਹਿੰਦੇ ਵੀ ਹੁਣ ਵੀ ਤੂੰ ਕੰਗਾ ਕਰ ਭਾਈ ਗੁਰਮੁਖ। ਤੂਰਨ ਬਨੋ ਸਚੇਤ ਮਲੀ ਜਾਏ। ਤੇ ਝਟਪਟ ਅਸੀਂ ਅੱਗੇ ਜਾਂਦੇ ਆ ਸ਼ਿਕਾਰ ਲੱਭਣ, ਤੇ ਤੂੰ ਕੰਗਾ ਕਰਕੇ ਝਟਪਟ ਸਾਡੇ ਨਾਲ ਆ ਕੇ ਮਿਲ। ਉਹਨੂੰ ਆਪ ਤੋਂ ਵੱਖਰਾ ਕਰਤਾ ਵੀ ਸਾਥੋਂ ਵੱਖਰਾ ਹੋ ਜਾ, ਤੂੰ ਕੰਗਾ ਕਰਕੇ ਸਾਡੇ ਨਾਲ ਮਿਲ ਸਕਦਾ ਹੈ। ਤਤ ਸਿਨ ਤਿਨ ਸੁਨ ਕੈ ਕਰ ਲੀਨਾ। ਇਹ ਸੁਣ ਕੇ ਉਹ ਸਿੰਘ ਨੇ ਝਟਪਟ ਕੰਗਾ ਕਰ ਲਿਆ। ਸੰਗ ਮਿਲਾਏ ਪਿਆਨੋ ਕੀਨਾ। ਫਿਰ ਸਤਿਗੁਰੂ ਜੀ ਨਾਲ ਮਿਲ ਕੇ ਉਹ ਚੱਲ ਪਿਆ। ਪੁੰਨ ਉਦਿਆਨ ਬਿਖ ਜਬ ਫੇਰੇ। ਫਿਰ ਜਦ ਸਾਬੋ ਕੀ ਤਲਵੰਡੀ ਦੇ ਆਸ-ਪਾਸ ਜੰਗਲ ਦੇ ਵਿੱਚ ਗਏ, ਬਿਖ ਸ਼ਿਕਾਰ ਕੁਮਾਰਨ ਕਾਰੇ। ਸ਼ਿਕਾਰ ਲੱਭ ਗਿਆ, ਵੇਖ ਕੇ ਉਹਨੂੰ ਮਾਰਨਾ ਕੀਤਾ। ਸ਼ਿਕਾਰ ਦੇ ਬਹਾਨੇ ਸਤਿਗੁਰੂ ਮਹਾਰਾਜ ਜੀਵਾਂ ਦੀ ਕਲਿਆਣ ਕਰਿਆ ਕਰਦੇ ਸਨ। ਆਟੇ ਗੁ ਪ੍ਰਭੂ ਸਭ ਕੋ ਸਮਝਾਇਓ। ਸਤਿਗੁਰੂ ਜੀ ਜਦ ਫਿਰ ਵਾਪਸ ਮੁੜ ਕੇ ਆਏ ਤੇ ਸਾਰਿਆਂ ਨੂੰ ਸਮਝਾਇਆ। ਸਿੰਘਨ ਕੋ ਐਸੇ ਬਨਿਆਇਓ। ਇਹ ਗੁਰਮੁਖ ਪਿਆਰਿਓ, ਸਿੰਘਾਂ ਨੂੰ ਇਸ ਪ੍ਰਕਾਰ ਹੀ ਕਰਨਾ ਬਣਦਾ ਹੈ। ਹੋਏ ਸਚੇਤ ਸਕਲ ਪ੍ਰਕਾਰੇ। ਸਿੱਖ ਨੂੰ ਸਭ ਪ੍ਰਕਾਰ ਸੁਚੇਤ ਰਹਿਣਾ ਚਾਹੀਦਾ ਹੈ। ਵਿਆਹਾਂ ਸ਼ਾਦੀਆਂ ਤੇ ਜਾਈਦਾ ਸੀ, ਇੱਕੋ ਹੀ ਕੰਘੀ ਲਿਆ ਭੈਣਾ ਮੈਂ ਆਪਦੇ ਮੁੰਡੇ ਦੇ ਸਿਰ 'ਚ ਕਰਨੀ, ਲਿਆ ਬੀਬੀ ਇੱਕੋ ਹੀ ਕੰਘੀ ਚਾਰ ਸਵੇਰੇ ਘੁੰਮੀ ਜਾਣੀ, ਉਹਦੇ 'ਚ ਹੀ ਗੰਦ ਮੰਦ ਜਿਹਾ। ਤੋ ਅੰਮ੍ਰਿਤਧਾਰੀ ਸਿੰਘ ਵਾਸਤੇ ਪਲਾਸਟਿਕ ਦੀ ਕੰਘੀ। ਅੱਜ ਕੱਲ ਬਿਮਾਰੀ ਦਾ ਜ਼ੋਰ ਹੋਣ ਕਰਕੇ ਡਾਕਟਰ ਵੀ ਸਮਝਾਉਂਦੇ ਨੇ ਵੀ ਕਿਸੇ ਦੀ ਚੀਜ਼ ਨਾ ਵਰਤੋ। ਇੱਥੋਂ ਤੱਕ ਵੀ ਸਕੂਲਾਂ 'ਚ ਵੀ ਸਖਤੀ ਹੋ ਗਈ ਵੀ ਪੈਨ ਵੀ ਨਹੀਂ, ਜੇ ਸਾਈਨ ਵੀ ਕਰਨੇ ਆਪਦੇ ਘਰੋਂ ਪੈਨ ਲੈ ਕੇ ਆਓ, ਨਹੀਂ ਲੈ ਕੇ ਆਏ ਬਾਜ਼ਾਰ ਜਾਓ 10 ਰੁਪਈਆਂ ਦਾ ਖਰੀਦ ਕੇ ਲਿਆਓ। ਕਸ਼ਹਿਰਾ, ਬਨੈਣ, ਕੰਘਾ ਇਤਿਆਦਿਕ ਜਿਹੜੀਆਂ ਵਸਤੂਆਂ ਆਪਦੀਆਂ ਨੇ ਉਹ ਆਪਦੇ ਪਾਸ ਹੋਣੀਆਂ ਚਾਹੀਦੀਆਂ ਨੇ, ਕਿਸੇ ਦੂਜੇ ਨਾਲ ਸ਼ੇਅਰ ਨਹੀਂ ਹੋਣੀਆਂ ਚਾਹੀਦੀਆਂ। ਕੰਘਾ ਤਾਂ ਹਰ ਵਕਤ ਦਸਤਾਰ ਦੇ ਵਿੱਚ ਕੇਸਾਂ ਦੇ ਅੰਦਰ ਹੋਣਾ ਚਾਹੀਦਾ। ਇੱਕ ਵੱਖਰਾ ਜੇਬ ਆਦਿਕ ਦੇ ਵਿੱਚ ਵੀ ਰੱਖਣਾ ਕਰੇ। ਜੇ ਜਹਾਜ਼ੇ ਚੜ੍ਹਨਾ ਹੋਵੇ, ਬਾਹਰਲੇ ਦੇਸ਼ 'ਚ ਜਾਣਾ ਹੋਵੇ ਤੇ ਨਾਲ ਸਮਾਨ 'ਚ ਵੀ ਹੋਣਾ ਚਾਹੀਦਾ। ਕੀ ਪਤਾ ਗਵਾਚ ਹੀ ਜਾਏ, ਕੰਘਾ ਕਰ ਜਾਂ ਕੋਈ ਹੱਥੋਂ ਡਿੱਗ ਪਏ ਜਾਂ ਟੁੱਟ ਜਾਏ, ਫਿਰ ਉੱਥੇ ਕਿਹੜਾ ਦੁਕਾਨ ਮਿਲਣੀ ਹੈ ਬਾਹਰ, ਇੱਥੇ ਜਿੱਥੋਂ ਮਰਜ਼ੀ ਲੈ ਲਓ। ਤੋ ਇੰਜ ਅੱਗੇ ਪਰੇਸ਼ਾਨੀ ਨਾ ਆਵੇ ਕਕਾਰਾਂ ਦੇ ਪ੍ਰਤੀ। ਸੋ 5 ਕਕਾਰਾਂ ਦੀ ਰਹਿਤ ਦੇ ਵਿੱਚ ਸਿੰਘ ਨੂੰ ਪਰਪੱਕ ਰਹਿਣਾ ਚਾਹੀਦਾ। ਮਹਾਰਾਜ ਨੇ ਸ੍ਰੀ ਦਸਮ ਗ੍ਰੰਥ ਦੇ ਵਿੱਚ ਅਸਫੋਟਕ ਸਵਈਏ ਕਵਿਤ ਲਿਖੇ ਹਨ, ਉਹਨਾਂ ਦੇ ਵਿੱਚ ਇਹ ਜ਼ਿਕਰ ਕੀਤਾ ਹੈ। ਕਹਿੰਦੇ ਨੇ ਜਿਹੜਾ ਸਿੰਘ ਹੈ ਉਹ 5 ਕਕਾਰਾਂ ਦੀ ਰਹਿਤ ਵਾਲਾ ਹੋਵੇ। ਸੋ ਕੰਗਾ ਕੜਾ ਕਾਰ ਦੋ ਕਸ਼ ਬਿਨਾ, ਬਿਲਾਂ ਕੇਸ ਹੇਚ ਅਸਤ ਜੁਮਲੇ ਨਿਸ਼ਾ, ਹੁੱਕਾ ਹਜਾਮਤ ਹਲਾਲੋ ਹਰਾਮ, ਬਾਰਿਸ਼ੇ ਹਿਨਾ ਕਰਦਰੂ ਸਿਆਫਾਮ। ਤੋ ਇਉਂ 5 ਕਕਾਰਾਂ ਦੀ ਰਹਿਤ ਦੇ ਵਿੱਚ ਪਰਪੱਕ ਰਹੇ ਤੇ 4 ਬਜਰ ਕਰੈਤਾ ਤੋਂ ਬਜ ਕਰਕੇ ਰਹੇ। ਝਾੜਨ ਸਮੇਂ ਅਰਦਾਸ ਉਚਾਰੇ। ਹਰ ਵਕਤ ਦੋਨੇ ਟਾਈਮ ਸੋ ਕੇਸਾਂ 'ਚ ਕੰਘਾ ਕਰਕੇ ਦਸਤਾਰ ਸਜਾਈ ਹੋਵੇ ਤੇ ਜਦੋਂ ਵੀ ਚੜ੍ਹਾਈ ਕਰਨੀ ਹੈ ਅਰਦਾਸਾ ਸੋਧ ਕੇ ਚੜ੍ਹਨਾ ਕਰੇ ਤਾਂ ਗੁਰੂ ਮਹਾਰਾਜ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਗੁਰੂ ਸਾਹਿਬ ਅੰਗ ਸੰਗ ਸਹਾਈ ਹੁੰਦੇ ਹਨ, ਕਿਉਂਕਿ ਪਾਤਸ਼ਾਹ ਜੀ ਦਾ ਬਚਨ ਹੈ, ਸਿੱਖ ਪੰਚਨ ਮੈਂ ਮੇਰੋ ਵਸ, ਜੋ ਹਮਰੀ ਪੁਨ ਰਹਿਤ ਸੋ ਰਾਖੈ, ਗੁਰਬਾਣੀ ਰਸ ਨੇ ਤੁਠ ਚਾਖੈ, ਮੈਂ ਤਾਂ ਕੇ ਸਦ ਰਹੂੰ ਸਹਾਇਕ, ਦੁਖ ਬਿਗਨ ਸਗਲੇ ਤਿਨ ਘਾਇਕ। ਕਾਰਜ ਸਰਬ ਸਿੱਧ ਹੋਏ ਜਾਤੇ। ਜੇ ਤੁਸੀਂ ਆਪਣੇ ਕੇਸਾਂ ਨੂੰ ਚੰਗੀ ਤਰ੍ਹਾਂ ਸਵਾਰ ਕੇ ਕੰਘਾ ਕਰਕੇ ਦਸਤਾਰ ਸਜਾ ਕੇ ਘਰੋਂ ਅਰਦਾਸਾ ਸੋਧ ਕੇ ਚੱਲੋਗੇ
ਤਾਂ ਮਹਾਰਾਜ ਤੁਹਾਡੇ ਸਾਰੇ ਕੰਮ ਸਵਾਰ ਦੇਵੇਗਾ। ਨਹਿ ਦੋਨੋ ਬਿਨ ਕਹੂੰ ਪ੍ਰਿਯਤੇ। ਇੱਕ ਕੰਗੇ ਤੋਂ ਬਗੈਰ ਘਰੋਂ ਨਾ ਤੁਰੇ ਤੇ ਦੂਜਾ ਅਰਦਾਸ ਕਰਨ ਤੋਂ ਬਗੈਰ ਇੱਕ ਵੀ ਕਦਮ ਆਪਦੇ ਘਰ ਤੋਂ ਬਾਹਰ ਨਾ ਪੁੱਟੇ। ਦੋ ਗੱਲਾਂ ਲਾਜ਼ਮੀ ਯਾਦ ਰੱਖੇ, ਜਦ ਵੀ ਘਰੋਂ ਬਾਹਰ ਜਾਣਾ ਹੈ ਤਾਂ ਕੇਸਾਂ 'ਚ ਕੰਘਾ ਕਰਕੇ ਤੇ ਦਸਤਾਰ ਸਜਾ ਕੇ ਨਿਕਲਣਾ, ਪੂਰੀ ਦਸਤਾਰ। ਰੱਬ ਨਾ ਕਰੇ ਕੋਈ ਸਾਈਕਲ ਸਕੂਟਰ ਸੱਜੇ ਖੱਬੇ ਕੋਈ ਹੋ ਜਾਏ ਤੇ ਦਸਤਾਰ ਤਾਂ ਸਜਾਈ ਹੋਣੀ ਚਾਹੀਦੀ ਹੋਈ ਆ। ਨੰਗੇ ਸਿਰ ਤਾਂ ਉਵੇਂ ਬੰਦਾ ਚੰਗਾ ਨਹੀਂ ਲੱਗਦਾ। ਪੁਲਿਸ ਵਾਲੇ ਵੀ ਇੱਕ ਵਾਰ ਮੈਂ ਡਰਦਿਆਂ ਮਾਰਿਆ ਬ੍ਰੇਕ ਮਾਰਦੀ, ਚੰਗੇ 10-12 ਖੜੇ ਸੀ ਮੋੜ ਤੇ, ਰੋਕਿਆ ਨਹੀਂ। ਕਹਿੰਦੇ ਹਾਂਜੀ, ਮੈਂ ਕਿਹਾ ਲੰਘ ਜੀ, ਹੱਥ ਜੋੜ ਕੇ ਕਹਿੰਦੇ ਤੁਹਾਨੂੰ ਕੌਣ ਰੋਕਦਾ। ਆਪਾਂ ਤਾਂ ਭਈਆਂ ਲਈ ਖੜੇ ਆ, ਟੋਪੀਆਂ ਵਾਲਿਆਂ ਲਈ, ਜਿਹੜੇ ਹੈਲਮਟ ਨਹੀਂ ਪਾਉਂਦੇ। ਤੁਸੀਂ ਤਾਂ ਦਸਤਾਰ ਸਜਾਈ ਹੈ, ਚੰਡੀਗੜ੍ਹ ਦੀ ਪੁਲਿਸ। ਸੋ ਹੈ ਤਾਂ ਬੜੀ ਸਖਤੀ, ਪਰ ਬਿਨਾਂ ਕਾਰਨ ਤੋਂ ਕਿਸੇ ਨੂੰ ਕੁਛ ਨਹੀਂ ਕਹਿੰਦੇ ਜਿੰਨਾ ਚਿਰ ਗਲਤੀ ਨਾ ਹੋਏ। ਤੋ ਇਸ ਵਾਸਤੇ ਇਹ ਹਮੇਸ਼ਾ ਹੀ ਸਿੰਘ ਦਾ, ਸੋ ਗੁਰੂ ਮਹਾਰਾਜ ਜੀ ਨੇ ਇਹ ਤਾਜ ਬਖਸ਼ਿਸ਼ ਕੀਤਾ ਹੈ। ਦਸਤਾਰ ਭਾਵੇਂ ਛੋਟੀ ਆ ਜਾਂ ਵੱਡੀ ਆ, ਬੰਨੀ ਤਾਂ ਘੱਟ ਤੋਂ ਘੱਟ 5-6 ਮੀਟਰ ਚਾਹੀਦੀ। ਜੇ ਛੋਟੀ ਵੀ ਹੈ ਤਾਂ ਵੀ ਨਹੀਂ ਕੋਈ ਰੋਕੂਗਾ। ਤੋ ਇਸ ਵਾਸਤੇ ਅਰਦਾਸ ਵੀ ਹੋਣੀ ਚਾਹੀਦੀ ਹੈ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸੁਨ ਕੈ ਸੀਖਾ ਸਭ ਹਨ ਹੋ ਮਾਨੀ। ਇਹ ਸੁਣ ਕੇ ਸਾਰੇ ਸਿੱਖਾਂ ਨੇ ਸਤਿਗੁਰੂ ਮਹਾਰਾਜ ਜੀ ਦੀ ਸਿੱਖਿਆ ਨੂੰ ਮੰਨ ਲਿਆ। ਜਥਾ ਆਪ ਸਿਰ ਬਦਨ ਬਖਾਨੀ। ਜਿਸ ਤਰ੍ਹਾਂ ਮਹਾਰਾਜ ਆਪ ਕਹਿੰਦੇ ਹੋ, 7 ਬਚਨ ਹੈ ਜੀ। ਆਏ ਬਿਰਾਜੇ ਸਤਿਗੁਰ ਡੇਰੇ। ਸਤਿਗੁਰੂ ਮਹਾਰਾਜ ਫਿਰ ਡੇਰੇ ਵਿੱਚ ਆਣ ਕੇ ਬਿਰਾਜਮਾਨ ਹੋਏ ਹਨ। ਨਿਸਾਂ ਬਿਤਾਏ ਸਥਿਰੇ ਸਵੇਰੇ। ਰਾਤ ਬਤੀਤ ਕਰਕੇ ਤੇ ਸਵੇਰੇ ਗੁਰੂ ਜੀ ਸਥਿਰ ਹੋਏ। ਬੈਠਿਓ ਨਿਕਟ ਖਾਲਸਾ ਆਏ। ਖਾਲਸਾ ਸਾਹਿਬਾਂ ਦੇ ਨੇੜੇ ਆ ਕੇ ਬੈਠਿਆ ਹੈ। ਦਰਸੈ ਸੰਗਤ ਫਲ ਕੋ ਪਾਏ। ਸੰਗਤ ਦਰਸ਼ਨ ਕਰਕੇ ਮਨ ਚ ਫਲ ਪ੍ਰਾਪਤ ਕਰਦੀ ਹੈ। ਤਦ ਸੋ ਦੀਰਘ ਘਟ ਕੋ ਭਰਿਓ। ਇੱਕ ਸਿੱਖ ਨੇ ਦਹੀਂ ਦਾ ਇੱਕ ਵੱਡਾ ਘੜਾ ਭਰਿਆ, ਲੈ ਕੇ ਆਨ ਦਰਸ ਕੋ ਕਰਿਓ। ਤੇ ਲਿਆ ਕੇ ਗੁਰੂ ਜੀ ਦੇ ਅੱਗੇ ਰੱਖ ਕੇ ਮਹਾਰਾਜ ਨੂੰ ਨਮਸਕਾਰ ਕੀਤੀ, ਦਰਸ਼ਨ ਕੀਤੇ। ਭੋਜਨ ਕੀਨਾ ਬਸਹਿ ਕਿਸ ਗ੍ਰਾਮੋ। ਸਤਿਗੁਰੂ ਜੀ ਮਹਾਰਾਜ ਨੇ ਪੁੱਛਿਆ ਕਿ ਭਾਈ ਸਿੱਖਾ, ਤੂੰ ਕਿਸ ਪਿੰਡ ਦੇ ਵਿੱਚ ਨਿਵਾਸ ਰੱਖਦਾ ਹੈ? ਤੋਹੇ ਪਿਤਾ ਅਰ ਤੁਵ ਕਿਆ ਨਾਮੋ। ਤੇਰੇ ਪਿਤਾ ਦਾ ਤੇ ਤੇਰਾ ਕੀ ਨਾਮ ਹੈ? ਸ੍ਰੀ ਗੁਰ ਤੇ ਸੁਨ ਸਕਲ ਬਤਾਈ। ਉਹਨੇ ਗੁਰੂ ਜੀ ਦੇ ਪਾਸੋਂ ਸੁਣ ਕੇ ਸਾਰੀ ਗੱਲ ਦੱਸ ਦਿੱਤੀ। ਮੋੜ ਗ੍ਰਾਮ ਮਹਿ ਬਸੋਂ ਗੁਸਾਈ। ਇਹ ਸੱਚੇ ਪਾਤਸ਼ਾਹ, ਮੈਂ ਮੋੜ ਪਿੰਡ ਦੇ ਵਿੱਚ ਰਹਿੰਦਾ ਹਾਂ। ਪਿਤਾ ਭੀਮ ਤੇ ਮੈਂ ਸੁਤ ਭਇਓ। ਮੇਰੇ ਪਿਓ ਦਾ ਨਾਮ ਹੈ ਭੀਮ ਤੇ ਉਹਨਾਂ ਦਾ ਮੈਂ ਸੁਪੁੱਤਰ ਹਾਂ। ਦਲਪਤ ਮੋਹਿ ਨਾਮ ਧਰ ਦਇਓ। ਉਹਨਾਂ ਨੇ ਮੇਰਾ ਨਾਮ ਦਲਪਤ ਰੱਖਿਆ। ਜਿਹੜੇ ਰਾਤ ਨੂੰ ਪਾਠੀ ਸਿੰਘਾਂ ਨੂੰ ਪ੍ਰਸ਼ਾਦ ਪਾਣੀ ਦੀ ਸੇਵਾ ਕਰਦੇ ਲਾਂਗਰੀ ਬਜ਼ੁਰਗ ਗੁਰਮੁਖ, ਉਹ ਮੌੜ ਪਿੰਡ ਦੇ ਨੇ। ਬਠਿੰਡੇ ਜ਼ਿਲ੍ਹੇ ਦੇ ਵਿੱਚ ਇਹ ਮੌੜ ਪਿੰਡ ਹੈ। ਭੇ ਪਰਸਨ ਕਦ ਹੇਰ ਬਿਸਾਲਾ। ਉਸ ਦਾ ਵੱਡਾ ਡੀਲ ਡੌਲ ਤੇ ਕੱਦ ਵੇਖ ਕੇ ਗੁਰੂ ਜੀ ਬਹੁਤ ਜ਼ਿਆਦਾ ਪ੍ਰਸੰਨ ਹੋਏ। ਬਠਿੰਡੇ ਜ਼ਿਲ੍ਹੇ ਦੇ ਵਿੱਚ ਗੰਗਾ ਨਗਰ ਹਬੋਰ ਦੇ ਜਿਹੜੇ ਸੋ ਜ਼ਿਮੀਂਦਾਰ ਲੋਕ, ਉੱਥੋਂ ਦੀ ਜਨਤਾ ਕਾਫੀ ਉੱਚੇ ਲੰਮੇ ਕੱਦ ਕਾਠਾਂ ਵਾਲੇ ਹਨ। ਕਿਰਪਾ ਕਰਤ ਬੋਲੇ ਤਿਸ ਕਾਲਾ। ਉਹਦਾ ਵੱਡਾ ਕੱਦ ਵੇਖ ਕੇ ਕਿਰਪਾ ਕਰਕੇ ਗੁਰੂ ਮਹਾਰਾਜ ਜੀ ਕਹਿਣ ਲੱਗੇ, ਜੇ ਕਰ ਭੀਮ ਆਤਮਜ ਭਇਓ। ਜੇ ਤੂੰ ਭੀਮ ਤੋਂ ਪੈਦਾ ਹੋਇਆ ਪੁੱਤਰ ਹੈ। ਭੀਮ ਕਿਹਦਾ ਨਾਂ ਸੀ? ਭੀਮ ਸੈਂਡ। 5 ਪਾਂਡਵਾਂ ਦੇ ਵਿੱਚੋਂ
ਉਹ ਮਹਾਭਾਰਤ ਜੀ ਕਹਿੰਦੇ 11 ਹਾਥੀ ਉਹਨੇ ਸੁੱਟੇ, ਉਹ ਪ੍ਰਸੰਗ ਹੁੰਦਾ ਹੈ। ਤਬ ਦਲਨ ਕੀ ਪਤ ਪਦ ਲਇਓ। ਮਤਲਬ ਭੀਮ ਇੱਕ ਬਲੀ ਨੂੰ ਮੰਨਿਆ ਗਿਆ ਹੈ। ਸਤਿਗੁਰੂ ਜੀ ਨੇ ਭਾਵ ਲੈ ਕੇ ਉਹਨੂੰ ਵਾਰੀ ਦੇ ਦਿੱਤਾ। ਕਹਿੰਦੇ ਜੇ ਤੂੰ ਭੀਮ ਤੋਂ ਪੈਦਾ ਪੁੱਤਰ ਹੋਇਆ ਤਦ ਹੀ ਤੂੰ ਦਲਾਂ ਦੇ ਪਦੀ ਦੀ ਪਦਵੀ ਪ੍ਰਾਪਤ ਕੀਤੀ ਹੈ। ਮਤਲਬ ਫੌਜਦਾਰ ਜਥੇਦਾਰ ਹੋਏਗਾ, ਤੇਰੇ ਅਧੀਨ ਬੜੀ ਫੌਜ ਹੋਏਗੀ। ਖੁਸ਼ੀ ਹੋਏ ਗੁਰ ਭਾਗ ਬੰਦਾਈ। ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਉਹਨੂੰ ਪੱਗ ਬਣਵਾਈ ਹੈ। ਜੇ ਸਿੱਖੀ ਕੋ ਰੱਖੈ ਜਠਾਈ। ਆਖਿਆ ਜੇ ਸਿੱਖੀ ਦੀ ਵਡਿਆਈ ਰੱਖੇਗਾ ਤਾਂ ਅਸੀਂ ਤੈਨੂੰ ਪੱਗ ਬੰਨ੍ਹ ਕੇ ਦਿੱਤੀ ਹੈ, ਤਾਂ ਤੇਰੇ ਕੋਲ ਆ ਤਉ ਐ ਸੂਰਜ ਭੀ ਵਧੈ ਮਹਨ। ਤੇਰੇ ਪਾਸ ਧਨ ਦੌਲਤ ਬਹੁਤ ਜ਼ਿਆਦਾ ਵਧੇਗਾ। ਮਾਨਤ ਰਹੋ ਗੁਰੂ ਕੀ ਅੰਨਾ। ਤੂੰ ਗੁਰੂ ਜੀ ਦੀ ਆਨ ਨੂੰ ਮੰਨਦਾ ਰਹੋ, ਮਤਲਬ ਕੇਸਾਂ ਨੂੰ ਨਹੀਂ ਕਟਾਉਣਾ ਤੇ ਦਸਤਾਰ ਸਜਾਉਣੀ ਹੈ। ਕਿਤਕ ਸਮੈ ਬੈਠਣ ਤਬ ਕਰਿਓ। ਕਿੰਨਾ ਕੁ ਸਮਾਂ ਗੁਰੂ ਜੀ ਮਹਾਰਾਜ ਦੇ ਕੋਲੋਂ ਬੈਠਾ ਰਿਹਾ। ਬੰਦਨ ਠਾਨ ਸਦਨ ਚੱਲ ਪਰਿਓ। ਫਿਰ ਨਮਸਕਾਰ ਕਰਕੇ ਆਪਣੇ ਘਰ ਵੱਲ ਨੂੰ ਚੱਲ ਪਿਆ। ਦਿਨ ਦਵੈ ਚਾਰਿਕ ਬੰਦੀ ਸਿਰ ਪਰ। ਸਾਡਾ ਸੁਭਾਅ ਕੀ ਹੈ, ਗੁਰਦੁਆਰੇ ਸਰੋਪਾ ਮਿਲਦਾ, ਕਈ ਤਾਂ ਉੱਥੇ ਹੀ ਆ ਜਿਹੜੇ ਰਾਜਨੀਤਿਕ ਜਿਹੇ ਲੋਕ ਹੁੰਦੇ ਨੇ, ਮੇਰਾ ਤਾਂ ਉਹ ਨਹੀਂ ਜੀ ਕਰਦਾ ਉਹਨਾਂ ਨੂੰ ਗਲ 'ਚ ਪਾਉਣ ਨੂੰ, ਜਿਹਨੇ ਸਤਿਕਾਰ ਨਹੀਂ ਕਰਨਾ। ਕਈ ਤਾਂ ਉਹ ਹੀ ਹੱਥ 'ਚ ਫੜ ਲੈਂਦੇ, ਗਲ 'ਚ ਵੀ ਨਹੀਂ ਪਾਉਣ ਦਿੰਦੇ। ਕਈ ਪਾਉਂਦਿਆਂ ਸਾਰੀ ਆਪਦੇ ਚੇਲੇ ਨੂੰ ਜਿਹੜਾ ਨਾਲ ਹੋਊ ਉਹਦੇ ਹੱਥ 'ਚ ਫੜਾ ਦੇਣਗੇ ਵੀ ਘੱਟੋ ਘੱਟ ਗੁਰਦੁਆਰੇ ਤਾਂ ਰਹਿਣ ਦਿਓ। ਤੋ ਇਸ ਵਾਸਤੇ ਸੱਚਖੰਡ ਹਜੂਰ ਸਾਹਿਬ ਦੇ ਜਿਹੜੇ ਪ੍ਰਬੰਧਕ ਨੇ ਜਦੋਂ ਕਿਸੇ ਨੂੰ ਨਵਾਜ਼ਦੇ ਨੇ, ਇੱਕ ਤਾਂ ਰੁਮਾਲਿਆਂ ਦੀ ਪੋਸ਼ਾਕ ਪਹਿਨਾਉਂਦੇ ਨੇ, ਇੱਕ ਦਸਤਾਰ ਮਹਾਰਾਜ ਦੇ ਅੱਗੇ ਖੜੇ ਕਰਕੇ ਉੱਥੇ ਹੀ ਸਜਾ ਦਿੰਦੇ ਨੇ। ਉਹ ਗਲ 'ਚ ਸਰੋਪਾ ਨਹੀਂ ਪਾਉਂਦੇ, ਦਸਤਾਰ ਸਜਾਉਂਦੇ ਨੇ ਵੀ ਬੰਨੀ ਰਹੇ। ਤੇ ਇੰਜ ਮਹਾਰਾਜ ਨੇ ਆਖਿਆ ਵੀ ਤੂੰ ਦਸਤਾਰ ਬੰਨ ਕੇ ਰੱਖੀ। ਉਹਨੇ 2-4 ਦਿਨ ਬੰਨੀ ਤੇ ਫਿਰ ਡੂਮਨ ਕੇ ਗਾਵਨ ਕੋ ਸੁਨ ਕਰ। ਡੂਮਾਂ ਦਾ ਮਰਾਸੀਆਂ ਦਾ ਗਾਉਣਾ ਵਜਾਉਣਾ ਸੁਣ ਕਰਕੇ ਸੋਧ ਸਤਾਰ ਤਿਨਹੁ ਕੋ ਦੀਨਾ। ਉਹਨਾਂ ਨੇ ਉਹਦੀ ਉਸਤਤੀ ਕੀਤੀ। ਉਹਨੇ ਲਾ ਕੇ ਮਹਾਰਾਜ ਦੀ ਦਸਤਾਰ ਉਹਨਾਂ ਹੱਥ ਫੜਾ ਦਿੱਤੀ। ਉਹ ਪਤਾ ਨਹੀਂ ਰਹਿਤ ਵਾਲੇ ਹੋਣਗੇ ਕਿ ਨਹੀਂ ਹੋਣਗੇ। ਮੂਰਖ ਕਛੂ ਵਿਚਾਰਨ ਕੀਨਾ। ਮੂਰਖ ਨੇ ਕਿਸੇ ਪ੍ਰਕਾਰ ਵੀ ਵਿਚਾਰ ਨਾ ਕੀਤੀ, ਕਿਉਂਕਿ ਜਿਹੜਾ ਸਿਰੋਂ ਪਾਓ ਹੈ ਕਮ ਸੇ ਕਮ ਨਸ਼ੇ ਤੋਂ ਰਹਿਤ ਬੰਦੇ ਨੂੰ ਪ੍ਰਾਪਤ ਹੋਣਾ ਚਾਹੀਦਾ। ਤੇ ਜੇ ਕੇਸਾਧਾਰੀ ਨਾ ਹੋਵੇ ਤੇ ਬੇਨਤੀ ਕੀਤੀ ਜਾਏ ਵੀ ਗਾਂ ਤੋਂ ਕੇਸ ਰੱਖੀ ਭਾਈ, ਕੋਸ਼ਿਸ਼ ਕਰੀ। ਤੇ ਇਉਂ ਕੇਸਾਧਾਰੀ ਨੂੰ ਤੇ ਨਸ਼ੇ ਤੋਂ ਰਹਿਤ। ਤੇ ਆ ਜਿਹੜਾ ਕੈਲੰਡਰ ਵਰਤਾ ਰਹੇ ਨੇ ਥੱਲੇ ਦੇਗ ਵਾਲੇ ਕਮਰੇ 'ਚ ਜਾਂ ਦਫ਼ਤਰ 'ਚੋਂ, ਉੱਥੇ ਗੁਰਦੁਆਰੇ ਦੀ ਫੋਟੋ ਲੱਗੀ ਹੈ, ਗੁਰਦੁਆਰੇ ਦਾ ਨਾਮ ਹੈ। ਤੇ ਜੇ ਕੈਲੰਡਰ ਘਰ ਰੱਖ ਕੇ ਬੰਦਾ ਕਿ ਸ਼ਰਾਬ ਦੀ ਬੋਤਲ ਖੋਲ ਕੇ ਬੈਠਾ ਰਹੋ, ਫਿਰ ਤੇ ਗੱਲ ਬਣਦੀ ਕੋਈ ਨਹੀਂ ਨਾ। ਤੋ ਜੇ ਗੁਰੂ ਮਹਾਰਾਜ ਦੀ ਨਿਸ਼ਾਨੀ ਸਾਡੇ ਘਰ ਵਿੱਚ ਹੈ, ਕੋਈ ਗੁਟਕਾ ਹੈ ਜਾਂ ਪੋਥੀ ਹੈ, ਉੱਥੇ ਰਹਿਤ ਵੀ ਉਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਤੇ ਜੇ ਦੁਕਾਨ ਦੇ ਕੈਲੰਡਰ ਲੱਗਾ ਤੇ ਰੱਖੇ ਅੱਗੇ ਤੰਬਾਕੂ ਦੀਆਂ ਪੁੜੀਆਂ ਤੇ ਬੀੜੀਆਂ, ਫਿਰ ਉਹ ਸਹੀ ਨਹੀਂ ਜਾਪਦਾ ਹੈ। ਤੋ ਇਹ ਆਪਣੇ ਆਪ ਹੀ ਇਨਸਾਨ ਨੂੰ ਸੋਚਣਾ ਚਾਹੀਦਾ ਹੈ। ਮਹਿ ਗੁਰ ਮਹਿਮਾ ਮਨ ਮਹਿ ਆਏ। ਗੁਰੂ ਜੀ ਖਾਲੀ ਰਹਿਓ ਖੁਸ਼ੀ ਕੋ ਪਾਏ। ਦੇਖੋ ਸਤਿਗੁਰੂ ਮਹਾਰਾਜ ਜੀ ਨੂੰ ਦਹੀਂ ਦਾ ਘੜਾ ਭੇਟਾ ਕੀਤਾ ਤੇ ਦਹੀਂ ਦੇ ਘੜੇ ਬਦਲੇ ਗੁਰੂ ਜੀ ਦੀ ਖੁਸ਼ੀ ਲਈ, ਖੁਸ਼ੀ ਦੇ ਰੂਪ ਦੇ ਵਿੱਚ ਮਹਾਰਾਜ ਨੇ ਦਸਤਾਰ ਬਣਾਈ ਤੇ ਖੁਸ਼ੀ ਉਹਦੇ ਕੋਲ ਸਾਂਭੀ ਨਹੀਂ ਗਈ। ਮਹਾਰਾਜ ਨੇ ਵਰ ਦਿੱਤਾ ਵੀ ਇਹਨੂੰ ਬੰਨ ਕੇ ਰੱਖਣਾ ਹੈ। ਉਹ ਲਾ ਕੇ ਤੇ ਮਰਾਸੀਆਂ ਨੂੰ ਦੇ ਦਿੱਤੀ ਜਿਨ੍ਹਾਂ ਦੀ ਰਹਿਤ ਕੋਈ ਨਹੀਂ ਸੀਗੀ। ਇੰਜ ਭਾਈ ਭਗਤੋ ਕਾ ਇੱਕ ਪੋਤਾ। ਉਹ ਫਿਰ ਖਾਲੀ ਦਾ ਖਾਲੀ ਰਹਿ ਗਿਆ, ਉਹਨੂੰ ਨਹੀਂ ਕੁਛ ਵੀ ਮਿਲਿਆ। ਜਿਹੜਾ ਵਰ ਦਿੱਤਾ ਸੀਗਾ
ਉਹ ਤਾਂ ਹੋਇਆ ਸੀਗਾ ਵੀ ਜੇ ਤੂੰ ਰਹਿਤ ਰੱਖੇਂਗਾ, ਸਾਡਾ ਬਚਨ ਮੰਨੇਗਾ, ਸਿੱਖੀ ਰੱਖੇਂਗਾ, ਜਦੋਂ ਦਸਤਾਰ ਹੀ ਨਹੀਂ, ਸਿਰ ਨੰਗਾ ਹੀ ਹੋਊਗਾ, ਤੇ ਉਹ ਫਿਰ ਖਾਲੀ ਦਾ ਖਾਲੀ ਰਹਿ ਗਿਆ। ਇੱਥੇ ਸਾਖੀ ਹੈ ਸੰਪੂਰਨ ਹੋਈ ਹੈ। ਅੱਗੇ ਨਵੀਂ ਸਾਖੀ ਚੱਲੀ ਹੈ। ਇੱਕ ਭਾਈ ਭਗਤੂ ਜੀ ਦਾ ਪੋਤਰਾ ਹੈ, ਦਿਆਲ ਦਾਸ ਜਿਸ ਨਾਮ ਅਦੁੱਤਾ, ਜਿਸ ਦਾ ਨਾਮ ਪ੍ਰਗਟ ਰੂਪ ਦੇ ਵਿੱਚ ਦਿਆਲ ਦਾਸ ਸੀਗਾ। ਪੁੱਛੋ ਗ੍ਰਾਮ ਵਿਖੇ ਤੈ ਗਇਓ, ਉਹ ਪੁੱਛੋ ਪਿੰਡ ਤੋਂ ਚੱਲ ਕੇ ਗਿਆ, ਗੁਰ ਦਰਸ਼ਨ ਕਰਨ ਮਰੀ ਪਾਇਓ, ਤੇ ਗੁਰੂ ਜੀ ਦੇ ਦਰਸ਼ਨ ਕਰਕੇ ਸਿਨਮਰ ਹੋ ਗਿਆ। ਤੁਸੀਂ ਸਾਰੇ ਇਤਿਹਾਸ ਤੋਂ ਜਾਣੂ, ਭਾਈ ਭਗਤੂ ਜੀ ਦਾ ਨਾਮ ਆਪ ਜੀ ਨੇ ਸੁਣਿਆ ਹੈ, ਕਈ ਵਾਰ ਪ੍ਰਸੰਗ ਆਪ ਜੀ ਦੇ ਕੋਲ ਪੇਸ਼ ਕੀਤਾ ਗਿਆ ਹੋਵੇਗਾ। ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਜੀ ਦੇ ਵੇਲੇ ਦੀ ਇਹ ਸਾਖੀ ਹੈ, ਜਿਸ ਵਕਤ ਕਿ ਜੋ ਭਾਈ ਭਗਤੂ ਜੀ ਦੇ ਪਿਤਾ ਜੀ ਸਨ ਤੇ ਇਹਨਾਂ ਦੀ ਮਾਤਾ ਜੀ ਸੀ, ਇਹਨਾਂ ਦੇ ਘਰ ਕੋਈ ਔਲਾਦ ਨਾ ਹੋਣ ਕਰਕੇ ਜਿਨ੍ਹਾਂ ਦਾ ਨਾਂ ਸੀ ਭਾਈ ਆਦਮ, ਤੇ ਦੋਨੇ ਪਤੀ ਸਤੀ ਅੰਮ੍ਰਿਤਸਰ ਗਏ ਸੀਗੇ। 6 ਮਹੀਨੇ ਲੱਕੜਾਂ ਢੋਣ ਦੀ ਸੇਵਾ ਕੀਤੀ ਸੀ। ਇੱਕ ਪੰਡ ਲੰਗਰ 'ਚ ਤੇ ਇੱਕ ਪੰਡ ਵੱਖਰੀ ਰੱਖਦੇ ਸੀ। ਫਿਰ ਬਰਸਾਤ ਦੇ ਦਿਨਾਂ 'ਚ ਠੰਡ ਆਦਿਕ ਦੇ ਵਿੱਚ ਜਦੋਂ ਬਾਲਣ ਗਿੱਲਾ ਹੋ ਗਿਆ, ਉਦੋਂ ਨਾਲੇ ਤਾਂ ਲੰਗਰ ਦੇ ਵਿੱਚ ਭੇਟਾ ਕੀਤੀ, ਗੁਰੂ ਮਹਾਰਾਜ ਨੇ ਵੇਖਿਆ ਕਿ ਦੂਰ ਦੂਰ ਸੰਗਤਾਂ ਅੱਗ ਸੇਕ ਰਹੀਆਂ ਨੇ। ਪਾਤਸ਼ਾਹ ਜੀ ਨੇ ਵੇਖ ਕੇ ਪੁੱਛਿਆ, ਕਹਿੰਦੇ ਭਾਈ ਇਹ ਜਿਹੜੇ ਅੰਗੀਠੇ ਲੱਗੇ ਹੋਏ ਨੇ ਅੱਗਾਂ ਦੇ, ਲੱਕੜਾਂ ਤਾਂ ਸਾਰੀਆਂ ਗਿੱਲੀਆਂ ਹੋ ਗਈਆਂ, 1 ਹਫ਼ਤਾ ਹੋ ਗਿਆ ਬਰਸਾਤ ਪੈਂਦੀ ਨੂੰ, ਮੀਂਹ ਬੰਦ ਨਹੀਂ ਹੋਇਆ, ਤੇ ਕਿੰਨੇ ਸੇਵਾ ਕੀਤੀ ਹੈ? ਭਾਈ ਆਦਮ ਦਾ ਨਾਮ ਪੇਸ਼ ਹੋਇਆ। ਫਿਰ ਮਹਾਰਾਜ ਨੇ ਪੁੱਛਿਆ ਵੀ ਤੁਹਾਨੂੰ ਕੀ ਤਮੰਨਾ ਹੈ? ਕਹਿੰਦਾ ਜੀ ਬਸ ਨਾਮਦਾਨ ਬਖਸ਼ੋ। 60 ਸਾਲ ਦੀ ਉਮਰ ਸੀ। ਫਿਰ ਆਪ ਦੀ ਇਸਤਰੀ ਨੂੰ ਅਗਲੇ ਦੇ ਨਾਲ ਲੈ ਕੇ ਗਿਆ। ਉਹਨੇ ਬੇਨਤੀ ਕੀਤੀ ਕਿ ਸਤਿਗੁਰੂ ਮਹਾਰਾਜ ਸਾਨੂੰ ਸੁਪੁੱਤਰ ਬਖਸ਼ੋ। ਮਹਾਰਾਜ ਕਹਿੰਦੇ ਤੁਹਾਡੇ ਭਾਗਾਂ 'ਚ ਵਾਹਿਗੁਰੂ ਜੀ ਨੇ ਸੁਪੁੱਤਰ ਨਹੀਂ ਲਿਖਿਆ, ਪਰ ਤੁਸਾਂ ਨੇ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੀ ਸੇਵਾ ਕੀਤੀ ਹੈ। ਸਾਡੇ ਘਰ 3 ਪੁੱਤਰ ਪ੍ਰਗਟ ਹੋਏ ਨੇ, ਚੌਥਾ ਜੀ ਆਉਣਾ ਸੀਗਾ। ਤੇ ਜਿਹੜਾ ਬੰਦਾ ਅਰਦਾਸ ਕਰਦਾ ਹੈ ਤੇ ਜਾਂ ਹਮਦਰਦੀ ਪ੍ਰਗਟ ਕਰਦਾ, ਵਾਹਿਗੁਰੂ ਜੀ ਦੇ ਭਾਣੇ ਵਿੱਚ ਦਖਲ ਹੁੰਦਾ ਹੈ, ਉਹਦੇ ਕਰਮ ਸ਼ੇਅਰ ਹੁੰਦੇ ਨੇ ਦੂਸਰੇ ਨਾਲ। ਤੋ ਗੁਰੂ ਜੀ ਮਹਾਰਾਜ ਨੇ ਆਪਣੇ ਘਰੋਂ ਜੋ ਵਾਹਿਗੁਰੂ ਦਾ ਦਿੱਤਾ ਚੌਥਾ ਹੋਣਾ ਸੀਗਾ। ਮਹਾਰਾਜ ਕਹਿੰਦੇ ਵੀ ਸਾਨੂੰ 3 ਹੀ ਬਹੁਤ ਨੇ, ਚੜ੍ਹਦੀ ਕਲਾ ਹੈ, ਚੌਥਾ ਹੁਣ ਤੁਹਾਡੇ ਘਰ ਆਊਗਾ, ਆਪਾਂ ਭੇਜਦੇ ਹਾਂ। ਉਹ ਭਗਤੀ ਦੀ ਅੰਸ਼ ਚੋਂ ਦਿੰਦੇ ਹਾਂ ਆਪਾਂ, ਆਪ ਦੀ ਭਗਤੀ ਦੀ ਅੰਸ਼ ਚੋਂ। ਨਾਮ ਰੱਖਣਾ ਭਗਤੂ ਤੇ ਜੰਮਦਾ ਬ੍ਰਹਮ ਗਿਆਨੀ ਹੋਊਗਾ। ਇਉਂ ਸਾਧ ਸੰਗਤ ਜੀ, ਭਾਈ ਭਗਤੂ ਦੀ ਅੰਸ਼ ਦੇ ਵਿੱਚੋਂ ਭਾਈ ਦਿਆਲ ਦਾਸ ਸੀਗਾ। ਬਠਿੰਡੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਭਾਈ ਕਾ ਦਿਆਲਪੁਰਾ, ਉੱਥੇ ਮੈਂ ਕਥਾ ਕਰਨ ਗਿਆ। ਉੱਥੇ ਗੁਰਦੁਆਰਾ ਜਫਰਨਾਮਾ ਸਾਹਿਬ ਵੀ ਹੈ, ਬੁੱਢਾ ਦਲੀਆ ਨਿਹੰਗ ਸਿੰਘਾਂ ਦਾ ਉੱਥੇ ਆਸਣ ਹੈ। ਇੱਕ ਵੱਡਾ ਸਾਰਾ ਨਿਸ਼ਾਨ ਸਾਹਿਬ ਵੀ ਹੈ, ਬੜਾ ਤਗੜਾ। ਉਹ ਭਾਈ ਗੁੱਦੜ ਸਿੰਘ ਜੀ ਬ੍ਰਹਮ ਗਿਆਨੀ ਮਹਾਂਪੁਰਖਾਂ ਦਾ ਹੈ। ਲੋਹੇ ਦਾ ਬਹੁਤ ਤਗੜਾ, ਜਿਸ ਤਰ੍ਹਾਂ ਥੰਮ ਹੋਵੇ, ਇੰਨਾ ਥੰਮ ਜਿੱਡਾ ਮੋਟਾ, ਥੱਲਿਓਂ ਉੱਪਰ ਜਾ ਕੇ ਪਤਲਾ ਹੋ ਜਾਂਦਾ, ਬਹੁਤ ਹੀ ਉੱਚਾ ਲੰਮਾ, ਤੇ ਵੱਖੋ ਵੱਖਰੇ ਰੰਗ ਦੇ ਕੱਪੜੇ ਉਹਨੂੰ ਪਹਿਨਾਏ ਗਏ ਨੇ। ਉਹ ਪਟਿਆਲੇ ਵਾਲੇ ਮਹਾਰਾਜ ਦੇ ਘਰ ਕੋਈ ਔਲਾਦ ਨਹੀਂ ਸੀਗੀ, ਤੇ ਉਹਨੇ ਬਾਬੇ ਗੁੱਦੜ ਸਿੰਘ ਦੀ ਆ ਕੇ ਸੇਵਾ ਕੀਤੀ, ਲੰਗਰ ਵਰਤਾਇਆ, ਤੇ ਉਹਨਾਂ ਨੇ ਉਹਨੂੰ ਵਰ ਦਿੱਤਾ ਸੀ, ਉਹਦੇ ਘਰ ਔਲਾਦ ਹੋਈ ਪਟਿਆਲੇ ਦੇ ਮਹਾਰਾਜੇ ਨੇ। ਫਿਰ ਨਿਸ਼ਾਨ ਸਾਹਿਬ ਦੀ ਸੇਵਾ ਕਰਵਾਈ ਸੀਗੀ। ਉਹ ਭਾਈ ਕੇ ਦਿਆਲਪੁਰੇ ਨਿਸ਼ਾਨ ਸਾਹਿਬ ਹੈ, ਮਹਾਂਪੁਰਖ ਬਾਬਾ ਗੁੱਦੜ ਸਿੰਘ ਜੀ ਦਾ। ਤੇ ਨਾਲ ਹੀ ਨਿਹੰਗ ਸਿੰਘਾਂ ਦਾ ਆਸਣ ਗੁਰਦੁਆਰਾ ਜਫਰਨਾਮਾ ਸਾਹਿਬ ਹੈ। ਸ਼੍ਰੋਮਣੀ ਕਮੇਟੀ ਵਾਲੇ ਪੜ੍ਹੇ ਲਿਖੇ ਮੰਨਦੇ ਨੇ ਵੀ ਦੀਨੇ ਕਾਂਗੜ ਜਫਰਨਾਮਾ ਭੇਜਿਆ, ਨਿਹੰਗ ਸਿੰਘ ਕਹਿੰਦੇ ਵੀ ਉੱਥੇ ਭੇਜਿਆ ਭਾਈ ਕਾ ਦਿਆਲਪੁਰੇ ਤੋਂ। ਤੇ ਇਸੇ ਤਰ੍ਹਾਂ ਜਿਹੜੀ ਜੜ ਪੁੱਟੀ ਵਾਲਾ ਗੁਰਦੁਆਰਾ, ਉਹ ਇੱਕ ਲੰਮੇ ਜੱਟਪੁਰੇ ਵੀ ਹੈ, ਜਿੱਥੇ ਮਹਾਂਪੁਰਖਾਂ ਦਾ ਆਸਣ ਹੈ। ਉਹ ਨਗਰ ਵਾਸੀ ਕਹਿੰਦੇ ਇੱਥੋਂ ਜੜ ਪੁੱਟੀ ਮਹਾਰਾਜ ਨੇ ਮੁਸਲਮਾਨਾਂ ਦੀ। ਤੇ
ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਸ਼ਹਿਰ ਦੇ ਵਿੱਚ ਬਿਲਕੁਲ ਬੱਸ ਸਟੈਂਡ ਦੇ ਸਾਹਮਣੇ ਸ਼੍ਰੋਮਣੀ ਕਮੇਟੀ ਦੀ ਉੱਥੇ ਸੇਵਾ, ਉੱਥੇ ਵੀ ਇਹ ਇਤਿਹਾਸ ਹੈ। ਤੋ ਇੰਜ ਇਹ ਗੁਰੂ ਮਹਾਰਾਜ ਦੇ ਚਰਨ ਪੈਣ ਵਾਲੇ ਅਸਥਾਨ ਨੇ। ਭਾਈ ਕਾ ਦਿਆਲਪੁਰਾ ਤੇ ਇਹ ਇਹਨਾਂ ਤੋਂ ਹੀ ਪ੍ਰਗਟ ਹੋਇਆ ਹੈ, ਭਾਈ ਦਿਆਲ ਦਾਸ ਤੋਂ। ਇਹ ਜਿਹੜਾ ਭਾਈ ਦਿਆਲ ਦਾਸ ਹੈ, ਭਾਈ ਭਗਤੂ ਦੀ ਅੰਸ਼ ਵਿੱਚੋਂ ਗੁਰੂ ਜੀ ਦੇ ਚਰਨ ਕਮਲਾਂ ਪਾਸ ਆਣ ਹਾਜ਼ਰ ਹੋਇਆ। ਉਸ਼ਕ ਰਜਤ ਪਨ ਭੇਟ ਚੜਾਈ, ਉਜਕ ਇਹਨੇ ਮੋਹਰਾਂ ਦੀ ਭੇਟਾ ਸਤਿਗੁਰੂ ਮਹਾਰਾਜ ਜੀ ਨੂੰ ਚੜਾਉਣਾ ਕੀਤੀ। ਰਜਤਪਣ ਨਾਮ ਹੈ ਰੁਪਈਆਂ ਦਾ, ਰੁਪਈਏ ਹੁੰਦੇ ਨੇ ਚਾਂਦੀ ਦੇ, ਇਹ ਚਾਂਦੀ ਦੇ ਰੁਪਈਏ ਗੁਰੂ ਜੀ ਨੂੰ ਭੇਟਾ ਚੜਾਏ। ਦਿਆਲ ਬੈਠਿਓ ਸ੍ਰੀ ਪ੍ਰਭ ਦ੍ਰਿਸ਼ਟ ਚਲਾਈ, ਜਦ ਬੈਠਿਆ ਆਣ ਕੇ ਤੇ ਗੁਰੂ ਜੀ ਨੇ ਇਹਦੇ ਵੱਲ ਨਿਗਾਹ ਮਾਰੀ। ਸ੍ਰੀ ਮੁਖ ਤੇ ਫੁਰਮਾਨ ਬਖਾਨਾ, ਗੁਰੂ ਸਾਹਿਬ ਜੀ ਨੇ ਆਪਣੇ ਸੁਭਾਈ ਮਨ ਮੁਖ ਤੋਂ ਫਰਮਾਇਆ, ਦਿਆਲ ਸਿੰਘ ਅਬ ਕਰਹੁ ਪਰਿਮਾਨਾ। ਦਿਆਲ ਸਿੰਘ ਹੁਣੇ ਨਾਮ ਮੰਨਣਾ ਕਰੋ। ਕੰਡੇ ਕੀ ਪਾਹਲ ਸੁਬਤਾਰੋ, ਮਤਲਬ ਜਿਹੜੇ ਆ ਰਾਮ ਪਿਆਰੀ, ਸ਼ਾਮ ਪਿਆਰੀ, ਫਲਾਣਾ ਦਾਸ ਜੀ, ਫਲਾਣਾ ਰਾਮ, ਇਸ ਤਰ੍ਹਾਂ ਦੇ ਨਾਂ ਨਹੀਂ ਹੁਣ ਗੁਰਦੁਆਰੇ ਆਪਾਂ ਚੱਲਣ ਦਿੱਤੇ। ਆਪਾਂ ਅੰਮ੍ਰਿਤ ਛਕਾ ਕੇ ਸਿੰਘ ਬਣਾਏ ਨੇ। ਤੂੰ ਦਿਆਲ ਦਾਸ ਨਾ ਰਹੋ ਤੇ ਵੀਰ ਬਣ ਕੇ ਖੰਡੇ ਦੀ ਪੌਲ ਛਕ ਕੇ ਤੇ ਸਿੰਘ ਨਾਮ ਆਪਦਾ ਰੱਖਣਾ ਕਰ। ਮਮੀ ਸਿੰਘ ਵੇਖ ਸਜਿਆ, ਠੀਕ ਹੈ ਤੂੰ ਭਾਈ ਭਗਤੂ ਦਾ ਪੁੱਤਰਾ ਹੈ, ਗੁਰੂ ਘਰ ਦਾ ਸ਼ਰਧਾਲੂ ਹੈ, ਤੇ ਪਰ ਹੁਣ ਆਪਾਂ ਮਰਿਆਦਾ ਬਣਾ ਦਿੱਤੀ ਹੈ ਤੇ ਅੰਮ੍ਰਿਤ ਛਕ ਤੇ ਭਾਈ ਦਿਆਲ ਸਿੰਘ ਬਣ। ਬਨਹੁ ਖਾਲਸਾ ਭਰਮ ਨਿਵਾਰਹੁ, ਇਹਦੇ ਵਿੱਚ ਕੋਈ ਸ਼ੰਕਾ ਸ਼ੁਦਾ ਜਾਂ ਭਰਮ ਨਹੀਂ ਹੋਣਾ ਚਾਹੀਦਾ। ਖਾਲਸਾ ਤਿਆਰ ਤਿਆਰ ਹੋਵੋ, ਕਿਉਂਕਿ ਸਿੱਖ ਤਾਂ ਉਹੀ ਹੈ ਜਿਹੜਾ ਗੁਰੂ ਜੀ ਦਾ ਬਚਨ ਮੰਨੇ। ਕਈ ਕਹਿੰਦੇ ਸਾਨੂੰ ਕੀ ਕਿਰਪਾਨ ਦੀ ਪਾਉਣ ਦੀ ਲੋੜ ਹੈ ਜੀ, ਆਪਾਂ ਤਾਂ ਬੁੱਢੇ ਹੋ ਗਏ ਜੀ। ਫਿਰ ਕੀ ਹੋਇਆ, ਬੁੱਢੇ ਹੋ ਗਏ। ਤੇ ਬਾਬਾ ਬੁੱਢਾ ਸਾਹਿਬ ਜੀ ਵੇਖੋ ਕਿੰਨੇ ਬਜ਼ੁਰਗ ਸੀਗੇ। ਛੇਵੇਂ ਪਾਤਸ਼ਾਹ ਉਹਨਾਂ ਦੇ ਵਾਰ ਨਾਲ ਹੋਏ। ਜਦ ਛੇਵੇਂ ਪਾਤਸ਼ਾਹ ਨੇ ਦੋ ਤਲਵਾਰੀ ਬੰਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਕਿਰਪਾਨ ਗੁਰੂ ਗੋਬਿੰਦ ਸਿੰਘ ਨੇ ਨਹੀਂ ਪਵਾਈ, ਗੁਰੂ ਹਰਗੋਬਿੰਦ ਸਾਹਿਬ ਨੇ ਪਵਾਈਆਂ ਨੇ। ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਸ਼ਾਇਦ ਤੁਹਾਨੂੰ ਨਾ ਪਤਾ ਹੋਵੇ, ਇਤਿਹਾਸ ਤੁਸੀਂ ਪੜ੍ਹ ਕੇ ਵੇਖ ਲਓ। ਕਿਰਪਾਨਾਂ ਛੇਵੇਂ ਪਾਤਸ਼ਾਹ ਨੇ ਪਵਾਤੀਆਂ ਸੀਗੀਆਂ। ਗੁਰੂ ਗੋਬਿੰਦ ਸਿੰਘ ਨੇ ਕੋਈ ਵੱਖਰੀ ਮਰਜ਼ਾਦਾ ਨਹੀਂ ਤੋਰੀ। ਅੰਮ੍ਰਿਤ ਵੀ ਪਹਿਲਾਂ ਹੀ ਸੀਗਾ, ਇਹ ਨਹੀਂ ਵੀ ਮਹਾਰਾਜ ਨੇ ਕੋਈ ਵੱਖਰਾ ਆਪਦਾ ਬਣਾਇਆ ਘਰੋਂ ਹੀ। ਗੁਰਦੁਆਰੇ ਦਾ ਹੀ ਅੰਮ੍ਰਿਤ ਥੋੜੀ ਜਿਹੀ ਮਰਜ਼ਾਦਾ ਤਬਦੀਲ ਕਰਤੀ। ਪਹਿਲਾਂ ਪੈਰ ਧੋ ਕੇ ਪੀਂਦੇ ਸੀਗੇ, ਚਰਨ ਪੌੜ ਉਹਨੂੰ ਕਹਿੰਦੇ। ਤੇ ਫਿਰ ਮਹਾਰਾਜ ਨੇ ਸੋਚਿਆ ਵੀ ਆਪਾਂ ਤਾਂ ਹੁਣ ਸਰਗੁਣ ਸਰੂਪ ਧਾਰਨਾ ਕੋਈ ਨਹੀਂ, ਤੇ ਲੋਕ ਪਖੰਡੀਆਂ ਦੇ ਪੈਰ ਧੋ ਨਾ ਪੀਂਦੇ ਰਹਿਣ ਜਾਂ ਕੋਈ ਪਿਉਂਦੇ ਨਾ ਰਹਿਣ, ਤੇ ਇਸ ਲਈ ਖੰਡੇ ਦੀ ਪਵਿੱਤਰ ਪੌਹਲ ਦੀ ਮਰਜ਼ਾਦਾ ਬਣਾਤੀ। ਅੰਮ੍ਰਿਤ ਪਹਿਲਾਂ ਵੀ ਸੀਗਾ, ਅਸਲੀ ਅੰਮ੍ਰਿਤ ਤਾਂ ਨਾਮ ਦਾ ਹੀ ਹੈ, ਬਾਣੀ ਦਾ ਹੀ ਹੈ। ਮਤਲਬ ਗੁਰੂ ਸਾਹਿਬ ਬਾਣੀ ਸਰੋਤ ਸੀਗੇ, ਜਿਨ੍ਹਾਂ ਚੋਂ ਬਾਣੀ ਨਿਕਲਦੀ ਹੈ। ਬਾਣੀ ਉਚਾਰਨ ਵਾਲੇ ਉਹ ਆਪਦੇ ਚਰਨ ਧੋ ਕੇ ਪਿਆਉਂਦੇ ਰਹੇ। ਸੁੱਚੇ ਜਲ ਨਾਲ ਆਪਦਾ ਚਰਨ ਧੋ ਲੈਣੇ, ਮੁੜ ਕੇ ਸੁੱਚੇ ਜਲ 'ਚ ਪਵਿੱਤਰ ਚਰਨ ਮਾੜਾ ਜਾਂ ਅੰਗੂਠਾ ਛਵਾ ਦੇਣਾ ਬਸ। ਇਹ ਨਹੀਂ ਵੀ ਮਲ ਮਲ ਕੇ ਮੈਲ ਧੋ ਕੇ ਪਿਉਣੀ, ਬਿਲਕੁਲ ਨਹੀਂ। ਚਰਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲੈਣਾ ਤੇ ਪਵਿੱਤਰ ਜਲ ਮੰਗਾ ਕੇ ਥੋੜਾ ਜਿਹਾ ਅੰਗੂਠਾ ਵਿੱਚ ਛੁਹਾਉਣਾ, ਤੇ ਉਹਨੂੰ ਖੰਡੇ ਦੀ ਪੌਲ ਕਹਿੰਦੇ ਸੀਗੇ। ਫਿਰ ਗੁਰੂ ਮਹਾਰਾਜ ਨੇ ਦੀਰਘ ਸੋਚ ਬਣਾਉਂਦਿਆਂ ਹੋਇਆ ਸਾਧ ਸੰਗਤ ਜੀ, ਚਰਨ ਪੌਲ ਤੋਂ ਖੰਡੇ ਦੀ ਪੌਲ ਦੀ ਮਰਜ਼ਾਦਾ ਉਹ ਵੀ ਤਾਂ ਬਣਦੀ ਹੈ ਜੇ 5 ਬਾਣੀਆਂ ਦਾ ਪਾਠ ਕੀਤਾ ਜਾਏ। ਤੋ ਕਿਰਪਾਨਾਂ ਗੁਰੂ ਹਰਗੋਬਿੰਦ ਸਾਹਿਬ ਨੇ ਪਵਾਈਆਂ। ਬਾਬਾ ਬੁੱਢਾ ਜੀ ਨੂੰ ਆਖਿਆ, ਬਾਬਾ ਜੀ ਵੀ ਤੁਸੀਂ ਵੀ ਕਿਰਪਾਨ ਪਾਓ। ਕਹਿੰਦੇ 7 ਵਜਨ ਲਿਆਓ, ਦੋ। ਤੋ ਮਹਾਰਾਜ ਦਾ ਬਚਨ ਮੰਨ ਕੇ ਬਾਬੇ ਬੁੱਢੇ ਨੇ ਵੀ ਕਿਰਪਾਨ ਪਾਈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵੇਖੋ ਬਾਣੀ ਕਿੰਨੀ ਸ਼ਾਂਤਮਈ ਹੈ, ਹਿਰਦਾ ਠੰਡਾ ਠਾਰ ਹੋ ਜਾਂਦਾ। ਸਾਹਿਬਾਂ ਨੇ ਕਦੀ ਹੱਸਿਆ ਵੀ ਨਹੀਂ ਹੋਊਗਾ ਜ਼ਿੰਦਗੀ ਦੇ ਵਿੱਚ, ਗਿਣਤੀ ਦਾ ਹੱਸਿਆ ਹੋਊਗਾ। ਬੋਲਦੇ ਵੀ ਬਹੁਤ ਘੱਟ ਸੀਗੇ, ਗੁੱਸੇ ਵਿੱਚ ਤਾਂ ਕੀ ਆਉਣਾ। ਕਿਰਪਾਨ ਵੀਰਸ ਦੀ ਨਿਸ਼ਾਨੀ ਮੰਨੀ ਹੈ ਨਾ। ਪਰ ਨਾਮ ਵੀ ਗੁਰੂ ਤੇਗ ਬਹਾਦਰ ਸਾਹਿਬ ਤੇ ਤੇਗ ਦੇ ਧਨੀ ਵੀ ਸੀਗੇ। ਗਾਤਰੇ 3.5 ਫੁੱਟੀ ਕਿਰਪਾਨ ਗੁਰੂ ਤੇਗ ਬਹਾਦਰ ਜੀ ਵੀ ਰੱਖਦੇ ਰਹੇ।
ਔਰ ਕਰਤਾਰਪੁਰ ਦੀ ਜੰਗ ਵਿੱਚ ਉਹਨਾਂ ਪੂਰਾ ਹਿੱਸਾ ਲਿਆ, ਸੇਵਾ ਕੀਤੀ। ਇਉਂ ਸਾਰੇ ਗੁਰੂ ਸਾਹਿਬ, ਗੁਰੂ ਹਾਰੇ ਸਾਹਿਬ ਦੇ ਵੀ ਕਿਰਪਾਨ ਪਾਈ ਹੁੰਦੀ ਸੀਗੀ, ਤੁਸੀਂ ਦੱਸੋ। ਕਲਗੀ ਵੀ ਹੁੰਦੀ ਸੀ, ਕਿਰਪਾਨ ਵੀ ਹੁੰਦੀ ਸੀਗੀ, ਫੌਜ ਵੀ ਸੀਗੀ। ਗੁਰੂ ਤੇਗ ਬਹਾਦਰ ਮਹਾਰਾਜ ਦੇ ਵੀ ਕਿਰਪਾਨ ਸੀਗੀ। ਤੇ ਦਸਮ ਗ੍ਰੰਥ 'ਚ ਕਲਗੀਧਰ ਨੇ ਪੱਕਾ ਹੀ ਲਿਖਤਾ, ਕਿਰਪਾਨ ਪਾਣ ਧਾਰੀ ਕਰੋੜ ਪਾਪ ਟਾਰੀਆਂ। ਕਿਰਪਾਨ ਭਾਈ ਹੱਥ 'ਚ ਪਕੜ ਨਾਲ ਕਰੋੜਾਂ ਪਾਪ ਉਤਰਦੇ ਨੇ। ਸਰਬਲੋ ਦੀ ਕਿਰਪਾਨ ਭੂਤਾ ਪ੍ਰੇਤਾ ਤੋਂ ਵੀ, ਅਵਗਤ ਰੂਹਾਂ ਤੋਂ ਵੀ ਰੱਖਿਆ ਕਰਦੀ ਹੈ। ਤੇ ਉਹ ਚਾਚਾ ਮੇਰਾ ਸੀਗਾ MC ਦੇ ਵਿੱਚ ਟਿਊਬਵੈੱਲ ਤੇ ਡਿਊਟੀ ਲੱਗ ਗਈ ਇਲੈਕਟ੍ਰੀਕਲ ਦਾ। ਮੇਰਾ ਵੀ ਫੀਲਡ ਉਹੀ ਆ, ਉਹਦਾ ਵੀ ਉਹੀ ਸੀਗਾ। ਉਹ ਮੜੀਆਂ 'ਚ ਟੈਂਕੀ ਬਣੀ ਹੋਈ। ਉਹਨੇ ਘਰ ਆ ਕੇ ਦੱਸਿਆ ਵੀ ਮੈਨੂੰ ਤਾਂ ਰਾਤ ਕੁਝ ਹੋਰ ਹੀ ਦਿਖਦਾ, ਲਾਟ ਜੀ ਦੇਖਦੀ, ਮੈਨੂੰ ਤਾਂ ਡਰ ਆਉਂਦਾ। ਰਾਤ ਦੀ ਡਿਊਟੀ, ਨਾ ਕੋਈ ਬੰਦਾ ਨਾ ਪਰਿੰਦਾ, ਉੱਥੇ ਇਕੱਲੇ ਡਿਊਟੀ ਨਿਭਾਉਣੀ ਪੈਣੀ ਹੈ। ਨੌਕਰੀ ਕਰੂਗੀ ਨਾ ਬੰਦਾ, ਤੇ ਫਿਰ ਸਫਲਤਾ ਕਿਵੇਂ ਮਿਲੂਗੀ? ਤੇ ਉਹਨੂੰ ਫਿਰ ਮੇਰੀ ਮਾਂ ਨੇ ਆਖਿਆ ਵੀ ਆ ਕਿਰਪਾਨ ਲੈ ਜਾ ਤੇ ਪੁੱਤ ਕੀਰਤਨ ਸੁਲਾ ਪੜ੍ਹ ਕੇ ਤੇ ਕਿਰਪਾਨ ਸਰਾਣੇ ਰੱਖ ਕੇ ਤੇ ਫਿਰ ਬਰਾਜਿਆ ਕਰ। ਕਿਰਪਾਨ ਆਪਦੇ ਹੱਥ 'ਚ ਰੱਖੀ ਰਾਤ ਨੂੰ। ਮੁੜ ਕੇ ਨਹੀਂ ਕਹਿੰਦਾ ਡਰ ਲੱਗਾ। ਫਿਰ ਤਾਂ ਅੰਮ੍ਰਿਤ ਹੀ ਛਕ ਲਿਆ। ਗੁਰੂ ਸਾਹਿਬ ਦੀ ਕਿਰਪਾ ਹੋਈ ਤਾਂ ਬੜੀ ਤਰੱਕੀ ਹੋਈ। ਤਰਨਤਾਰਨ ਸ਼ਹਿਰ ਦੀ ਗੱਲ, ਉਹ ਅਜੇ ਵੀ ਟੈਂਕੀ ਉੱਥੇ ਬਣੀ ਹੋਈ ਹੈ ਮੜੀਆਂ ਦੇ ਵਿੱਚ। ਤੇ ਇਸ ਵਾਸਤੇ ਆ ਜਿਹੜੀਆਂ ਕਲੋਨੀਆਂ ਕਲਾਨੀਆਂ ਪੁੱਡਾਂ ਨੇ ਕੱਟੀਆਂ ਨੇ, ਸੁਹਾਣੇ ਦੀਆਂ ਮੜੀਆਂ 'ਚ ਕਈ ਕੋਠੀਆਂ ਨੇ, ਉੱਥੇ ਬੰਦਾ ਕੀ ਕਰੂਗਾ? ਤੇ ਇਸ ਵਾਸਤੇ ਜੇ ਗੁਰੂ ਜੀ ਦਾ ਸ਼ਸਤਰ ਹੋਊਗਾ, ਮਹਾਰਾਜ ਦੀ ਆਪਾਂ ਬਾਣੀ ਪੜਾਂਗੇ, ਸਾਹਿਬਾਂ ਦੇ ਚਰਨ ਪਵਾਵਾਂਗੇ, ਕੋਈ ਸੁਖਮਨੀ ਸਾਹਿਬ, ਕੋਈ ਅਖੰਡ ਪਾਠ ਜਾਂ ਸਹਿਜ ਪਾਠ, ਮੁਖੋਂ ਬਾਣੀ ਹੱਥ ਵਿੱਚ ਸ਼ਸਤਰ, ਪੂਜਾ ਕਾਲ ਕੀ ਪਰਚਾ ਸ਼ਬਦ ਦਾ ਔਰ ਦੀਦਾਰ ਖਾਲਸੇ ਦਾ। ਤੋ ਕਈ ਬਦ ਬਲਾਵਾਂ ਤੋਂ ਬਚਾ ਹੁੰਦਾ ਹੈ। ਇਸ ਲਈ ਮਹਾਰਾਜ ਕਹਿੰਦੇ ਭਾਈ ਕਿਰਪਾਨ ਪਾਓ, ਖੰਡੇ ਬਾਟੇ ਦਾ ਅੰਮ੍ਰਿਤ ਛਕੋ ਤੇ ਆਪ ਦਾ ਨਾਮ ਦਾਸ ਕੱਟ ਕੇ ਸਿੰਘ ਰੱਖੋ। ਕੇਸ ਕਾਸ਼ ਕੀ ਰਹਿਤ ਰਗੀਜੈ, ਸਿਰ ਉੱਪਰ ਕੇਸ ਧਾਰਨ ਕਰੋ ਤੇ ਤੇੜ ਕਸ਼ਹਿਰਾ ਰੇਬਦਾਰ ਪਹਿਨਣਾ ਕਰੋ। ਪੰਜਾਂ ਘਰਾਂ ਦੀ ਰਹਿਤ ਦੇ ਵਿੱਚ ਪ੍ਰਪੱਕ ਹੋਵੋ। ਮੀਨ ਮਸੰਦ ਮੇਲਨ ਕੀਜੈ, ਪੰਜਾਂ ਨਾਲ ਮੇਲ ਨਹੀਂ ਕਰਨਾ, ਪੰਜਾਂ ਦਾ ਵਸਾ ਨਹੀਂ ਕਰਨਾ। ਨੜੀ ਮਾਰ ਕੁੜੀ ਮਾਰ ਸਿਰ ਗੁੰਮ ਤੇ ਮੋਨੇ ਤੇ ਮੀਣੇ ਮਸੰਦ ਰਾਮ ਰਹੀਏ ਤੇ ਗੰਗੂ ਸ਼ਹੀਏ। ਤੋ ਪੰਜਾਂ ਦਾ ਮੇਲ ਨਹੀਂ, ਪੰਜਾਂ ਦਾ ਵਿਸਾਹ ਨਹੀਂ ਕਰਨਾ ਹੈ। ਸ਼ਾਸਤਰਨ ਕੋ ਨਿਸ ਦਿਨ ਤਨ ਧਰੀਆ ਹੈ, ਦਿਨ ਰਾਤ ਸ਼ਸਤਰਾਂ ਨੂੰ ਆਪਦੇ ਸਰੀਰ ਤੇ ਧਾਰਨ ਕਰਕੇ ਰੱਖਣਾ ਹੈ। ਕਈ ਕਹਿੰਦੇ ਅਖੇ ਜੀ ਆ ਤੋਪਾਂ ਟੈਂਕ ਆ ਗਏ, ਅੱਜ ਕੱਲ੍ਹ ਪਿਸਤੌਲ ਆ ਗਏ ਤੇ ਕਿਰਪਾਨਾਂ ਦਾ ਕੀ ਫਾਇਦਾ? ਕਈ ਵਾਰ ਕੀ ਪਤਾ ਪਿਸਤੌਲ ਚੱਲੇ ਹੀ ਨਾ, ਸਲਾਬ ਸਲੂਬ ਦੇਵੇ 100 ਗੱਲਬਾਤ। ਜਾਂ ਜਦੋਂ ਕਦੇ ਕੋਈ ਐਮਰਜੈਂਸੀ ਪੈ ਜਿਹਨੂੰ ਕੁੱਤਾ ਪਊਗਾ ਤੇ ਪਿਸਤੌਲ, ਉੱਥੇ ਤਾਂ ਡੰਡਾ ਹੀ ਕੰਮ ਆਊਗਾ। ਤੋ ਇਉਂ ਜਿੱਥੇ ਕਿਰਪਾਨ ਨੇ ਕੰਮ ਦੇਣਾ ਉੱਥੇ ਕਿਰਪਾਨ ਨਹੀਂ ਦੇਣਾ ਹੈ। ਆ ਚਾਈਨਾ ਦੇ ਬਾਰਡਰ ਤੇ ਹਥਿਆਰ ਨਾ ਰੱਖਣ ਦੀ ਉਹਨਾਂ ਨੇ ਸਹੁੰ ਖਾਧੀ ਸੀ ਵੀ ਹਥਿਆਰ ਨਹੀਂ ਹੋਣਾ ਚਾਹੀਦਾ ਕਿਸੇ ਕੋਲ। ਉਹ ਡੰਡਿਆਂ ਨਾਲ ਹੀ ਭੜਕਾ ਗਏ ਚਾਈਨਾ ਵਾਲੇ। ਇੱਕ ਸਿੰਘ ਉਹ ਕਿਰਪਾਨ ਸੀਗੀ, ਉਹਦੀ ਪੋਸਟ ਬੜੀ ਵਾਇਰਲ ਹੋਈ ਸੀ, ਕਹਿੰਦੇ ਕਿਰਪਾਨ ਨਾ ਹੁੰਦੀ ਮੈਨੂੰ ਮਾਰ ਘੱਤਣਾ ਸੀ ਉਹਨਾਂ ਨੇ। ਪਤਾ ਨਹੀਂ ਕੀ ਉਹਨਾਂ ਦੇ ਹੱਥਾਂ ਵਿੱਚ ਸੀਗਾ। ਤੇ ਉਹ ਮੋਰਚਿਆਂ 'ਚ ਬੈਠੇ ਮੋਬਾਈਲ ਤੇ ਵੇਖੀ ਗਏ। ਉਹ ਲੈਟ ਅੱਖਾਂ ਦੇ ਪੈਣ ਤੋਂ ਅੱਗੋਂ ਬੰਦਾ ਉਹਦਾ ਦਿਖਦਾ ਨਹੀਂ ਗਾ ਤੇ ਮੋਬਾਈਲ ਤੇ ਧਿਆਨ ਸੀਗਾ ਉਹ, ਜਾਂ ਉਹ ਹੀ ਗਾਫਲਤਾਈ ਦੇ ਵਿੱਚ ਬੈਠੇ ਰਹੇ। ਉਹ ਡੰਡਿਆਂ ਦੇ ਨਾਲ ਹੀ ਮਾਰ ਮੁਰ ਗਏ। ਕਹਿੰਦਾ ਮੇਰੇ ਕੋਲ ਕਿਰਪਾਨ ਸੀ ਮਹਾਰਾਜ ਦੀ ਤੇ ਮੈਂ ਕਈਆਂ ਨੂੰ ਭੜਕਾ ਕੇ ਤੇ ਆਪ ਦਾ ਬਚਾਅ ਕੀਤਾ। ਕਿਉਂ? ਕਿਰਪਾਨ ਆਪਣੀ ਜਗ੍ਹਾ ਤੇ ਹੈ, ਦੂਜੇ ਸ਼ਸਤਰ ਆਪਣੀ ਜਗ੍ਹਾ ਤੇ, ਦੂਜੇ ਵੀ ਰੱਖੋ, ਮੁਬਾਰਕ ਹੈ। ਪਰ ਕਿਰਪਾਨ ਦਾ ਤਾਂ ਕੋਈ ਲਾਇਸੈਂਸ ਵੀ ਨਹੀਂ ਹੈ। ਤੇ ਇਹ ਸਾਡਾ ਇੱਕ ਕਕਾਰ ਹੈ, ਮੈਂ ਤਾਂ ਕੈਨੇਡਾ ਅਮਰੀਕਾ ਵੀ ਲੈ ਗਿਆ ਨਾਲ ਹੀ, ਇੰਗਲੈਂਡ ਵੀ। ਇੰਨਾ ਕੁ ਸੀਗਾ, ਉਹ ਵੇਖ ਕੇ ਕਹਿਣਾ ਵੀ ਪਾਇਲਟ ਨੂੰ ਫੜਾ ਦਿਓ, ਉਹਦੇ ਕੱਪੜਾ ਜਿਹਾ ਲਪੇੜ ਕੇ ਪਾਇਲਟ ਨੂੰ ਫੜਾ ਦੇਣੀ, ਉਤਰ ਕੇ ਫਿਰ ਉਹਨੂੰ ਕਹਿਣਾ ਲਿਆ ਭਰਾ ਕਿਰਪਾਨ ਫੜਾ। ਤੇ ਇਸ ਵਾਸਤੇ ਇਹ ਤਾਂ ਮਹਾਰਾਜ ਦਾ ਸ਼ਸਤਰ ਹੈ। ਹੁਣ ਤਾਂ ਸਾਰੇ ਹੀ ਮੰਨਦੇ ਹਨ। ਅੰਗ ਅੰਗ ਮੈਨੂੰ ਘੇਰ ਲਿਆ, ਅੰਬੈਸੀ ਜਾਂਦੇ ਆ। ਮੈਂ ਕਿਹਾ ਜੀ ਹਾਂ ਦੱਸੋ। ਕਹਿੰਦੇ ਕਿਰਪਾਨ ਬਾਈ। ਮੈਂ ਕਿਹਾ ਇਹਦੇ 'ਚ ਕੀ ਕੋਈ ਗੁਨਾਹ, ਕੋਈ ਪਾਪ ਆ? ਕਹਿੰਦੇ ਲੋਕ ਡਰ ਗਏ, ਫੋਨ ਕੀਤਾ। ਮੈਂ ਕਿਹਾ ਉਹਨਾਂ ਨੂੰ ਪੁੱਛੋ ਕਿਉਂ ਡਰ ਗਏ? ਕਿਰਪਾਨ ਕੋਈ ਗੁਨਾਹ ਥੋੜੋ ਆ, ਇਹ ਨਾਈਫ ਨਹੀਂ ਆ, ਕੋਈ ਇਹਦੇ ਤੇ ਕੇਸ ਨਹੀਂ। ਉਹਨਾਂ ਨੂੰ ਸਮਝਾਇਆ। ਜੇਬ 'ਚੋਂ ਡੰਡੀ ਕੱਢ ਰੱਖਿਆ ਸੀ ਪੁਲਿਸ ਵਾਲਿਆਂ ਦਾ।
ਗੌਰਮੈਂਟ ਨੇ ਬਕਾਇਦਾ ਲਿਖ ਕੇ ਦਿੱਤਾ, ਉਹਨਾਂ ਨੂੰ ਵੀ ਨਹੀਂ ਪਤਾ। ਮੈਂ ਕਿਹਾ ਵੇਖੋ ਤੁਹਾਡੇ ਅਫਸਰ ਦੇ ਸਾਈਨ ਨੇ ਨਾ, ਉਹਨਾਂ ਲਿਖਿਆ ਵੀ ਸਿੱਖਾਂ ਨੂੰ ਕਿਰਪਾਨ ਅਲਾਓ ਹੈ। ਕਹਿੰਦਾ ਸੌਰੀ ਪਰ ਥੱਲਿਓਂ ਦੀ ਕਰ ਲਓ। ਮੈਂ ਕਿਹਾ ਜੀ 7 ਵਜੇ ਇੰਨੀ ਕੁ ਗੱਲ ਤਾਂ ਮੰਨ ਲੈਂਦੇ ਆ। ਤੇ ਇਸ ਵਾਸਤੇ ਇਹ ਤਾਂ ਦੇਸ਼ਾਂ ਪ੍ਰਦੇਸ਼ ਜਿੱਥੇ ਮਰਜ਼ੀ ਜਾਓ ਉੱਥੇ ਅਲਾਓ ਹੈ। ਕਿਰਪਾਨ ਜਿਹੜਾ ਹੈ ਗੁਰੂ ਜੀ ਦਾ ਸ਼ਾਸਤਰ ਹੈ, ਇਹ ਲਾਜ਼ਮੀ ਤੁਹਾਡੇ ਗਾਤਰੇ ਹੋਣਾ ਚਾਹੀਦਾ ਹੈ। ਫਤਿਹ ਗੁਰੂ ਜੀ ਕੀ ਸੋਇ ਉਚਰੀਆ ਹੈ। ਕਿਰਪਾਨ ਪਾ ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਣਿਆ ਵੀ ਅੱਜ ਕੋਈ ਇੰਨਾ ਉਹਨਾਂ ਦੇ ਉਤਸ਼ਾਹ ਆ, ਉਹ ਲਾਲ ਕਿਲੇ ਤੇ ਚੜ੍ਹ ਕੇ ਝੰਡਾ ਚੜਾਤਾ। ਤੇ ਇਸ ਵਾਸਤੇ ਇਹ ਮਹਾਰਾਜ ਦੀ ਬਖਸ਼ਿਸ਼ ਹੀ ਇਹੋ ਜਿਹੀ ਹੈ। ਸੁਣ ਕੇ ਕਮ ਦਿਲ ਹੋਏ ਉਚਾਰੀ। ਪਰ ਇਹ ਜਿਹੜਾ ਦਿਆਲ ਦਾਸ ਸੀਗਾ ਥੋੜਾ ਜਿਹਾ ਕਮਜ਼ੋਰ ਮਨ ਦਾ ਸੀਗਾ, ਕੰਮ ਦਿਲਾ ਸੀਗਾ, ਥੋੜੀ ਜਿਹੀ ਆਨੀ ਕਾਨੀ ਕੀਤੀ, ਮਹਾਰਾਜ ਤੋਂ ਪਾਸਾ ਜਿਹਾ ਵਟ ਗਿਆ। ਸਿੱਖੀ ਹਮੋ ਕਦੀਮੀ ਤਾਰੀ। ਕਹਿਣ ਲੱਗਾ ਜੀ ਕੰਮ ਦਿਲ ਹੋ ਗਏ, ਆਪਾਂ ਤਾਂ ਮੁੱਢ ਕਦੀਮਾਂ ਦੇ ਤੁਹਾਡੇ ਸਿੱਖਾਂ ਜੀ। ਵੇਖੋ ਸਾਡਾ ਦਾਦਾ ਪੜਦਾਦਾ ਭਾਈ ਭਗਤੂ ਜੀ ਕਿੱਡਾ ਪ੍ਰੇਮੀ ਗੁਰੂ ਮਹਾਰਾਜ ਜੀ ਦੇ ਘਰੋਂ ਹੀ ਵੇਖੋ ਆਇਆ। ਆਪਾਂ ਉਹਨਾਂ ਦੀ ਔਲਾਦ ਹਾਂ ਜੀ, ਆਪਦੇ ਸਿੱਖ ਹੋਣ 'ਚ ਕੋਈ ਸ਼ੰਕਾ ਹੀ ਨਹੀਂ ਹੈ। ਪਿਤਾ ਪਿਤਾਮਾ ਗੁਰ ਘਰ ਕੇਰੇ। ਸਾਡੇ ਪਿਓ ਦਾਦੇ ਗੁਰੂ ਘਰ ਦੇ ਸੇਵਕ ਰਹੇ ਹਨ। ਵੀ ਕਿਰਪਾਨ ਪਾਉਣ ਦੇ ਨਾਲ ਹੀ ਥੋੜ੍ਹਾ ਕੋਈ ਜ਼ਰੂਰੀ ਸਿੱਖ ਬਣ ਸਕ। ਜਿਸ ਤਰ੍ਹਾਂ ਹੁਣ ਆਪਾਂ ਵੀ ਕਹਿ ਹੀ ਦਿੰਦੇ ਆ ਵੀ ਆਪਾਂ ਕਿਹੜਾ ਘੱਟ ਆ ਬਈ। ਜਹ ਕੈ ਬਿਦਤੇ ਜਗਤ ਬੰਡੇਰੇ। ਜਿੱਥੇ ਕਿਤੇ ਸਾਡੇ ਵੱਡ ਵਡੇਰੇ ਜਗਤ ਦੇ ਵਿੱਚ ਪ੍ਰਗਟ ਹੋਏ ਹਨ। ਅਬ ਮੈਂ ਨਈ ਰੀਤ ਕਿਆ ਤਾਰਾਂ। ਹੁਣ ਮੈਂ ਨਵੀਂ ਮਰਜ਼ਾਦਾ ਕਿਰਪਾਨ ਵਾਲੀ ਕਿਵੇਂ ਧਾਰਨ ਕਰਾਂ ਜੀ। ਨਿਜ ਵੱਡਿਆਂ ਕੋ ਪੰਥ ਸੰਭਾਰਾਂ। ਮੈਂ ਆਪਣੇ ਵਡੇਰਿਆਂ ਦਾ ਪੰਥ ਸੰਭਾਲਾਂਗਾ। ਸਭ ਗੁਰ ਖੁਸ਼ੀ ਕਰਤ ਹੀ ਰਾਹੇ। ਸੋ ਸਾਰੇ ਗੁਰੂ ਸਾਹਿਬਾਨ ਨੇ ਸਾਡੇ ਉੱਪਰ ਖੁਸ਼ੀ ਕੀਤੀ ਹੈ। ਦਾਸ ਕਦੀਮੀ ਆਪਣੇ ਲਾਹੇ। ਸਾਨੂੰ ਆਪਣੇ ਕਦੀਮੀ ਸੇਵਕ ਜਾਣਦੇ ਹਨ। ਭਈ ਯਾਰ ਬਲ ਅਬੈ ਬਡੇਰੀ। ਹੁਣ ਉਮਰ ਬਹੁਤ ਵੱਡੀ ਹੋ ਗਈ ਹੈ। ਪਹੁਲ ਲੈਨ ਨ ਉਚਤਾ ਮੇਰੀ। ਪਾਹੁਲ ਲੈਣਾ ਮੇਰੇ ਵਾਸਤੇ ਉਚਿਤ ਨਹੀਂ ਹੈ, ਯੋਗ ਨਹੀਂ ਹੈ। ਉਮਰ ਮੇਰੀ ਵੱਡੀ ਹੋ ਗਈ ਹੈ। ਤੋ ਕੋਈ ਬੁਰੀ ਬਾਤ ਨਹੀਂ, ਵੱਡੀ ਉਮਰ ਦੇ ਵਿੱਚ ਵੀ ਗੁਰੂ ਸਾਹਿਬ ਬਖਸ਼ਿਸ਼ ਕਰ ਸਕਦੇ ਹਨ। ਇਹ ਤਾਂ ਮਹਾਰਾਜ ਦੀ ਦਾਤ ਹੈ। ਤੋ ਜੇ ਮਰੇ ਦੇ ਮੂੰਹ 'ਚ ਵੀ ਪਾ ਦੋ ਤਾਂ ਵੀ ਭਲਾ ਹੀ ਹੈ ਭਾਈ। ਜਿਉਂਦਿਆਂ ਦੇ ਮੁੱਖ 'ਚ ਪੈਣਾ ਚਾਹੀਦਾ ਹੈ। ਤੋ ਜਿੰਨਾ ਚਿਰ ਸਾਹ ਪ੍ਰਾਣ ਚੱਲਦੇ ਨੇ ਤੇ ਅੰਮ੍ਰਿਤ ਛਕਣ ਦੇ ਨਾਲ ਭਲਾ ਹੀ ਭਲਾ ਹੈ। ਸਿਰ ਮੁਖ ਤੇ ਕੈ ਪੁੰਨ ਸਮਝਾਇਓ। ਕਈਆਂ ਦੀ ਵਿਚਾਰ ਹੁੰਦੀ ਜੀ ਸਾਥੋਂ ਰਹਿਤ ਨਹੀਂ ਰੱਖੀ ਜਾਣੀ। ਮੇਰੀ ਤਾਂ ਇਹ ਗੁਰੂ ਘਰ ਦੀ ਸ਼ਰਧਾ ਹੈ ਵੀ ਰਹਿਤ ਬੰਦੇ ਨੇ ਨਹੀਂ ਰੱਖਣੀ। ਜਿਹਦਾ ਅੰਮ੍ਰਿਤ ਤੁਸੀਂ ਛਕੋਗੇ ਉਹਨੇ ਆਪ ਹੀ ਬਲ ਬਖਸ਼ ਦੇਣਾ ਹੈ। ਜਦ ਤੁਸੀਂ ਗਾਤਰੇ ਕਿਰਪਾਨ ਪਾਓਗੇ ਐਰਾ ਗੈਰਾ ਬੰਦਾ ਤੁਹਾਨੂੰ ਬੁਲਾਊਗਾ ਹੀ ਨਹੀਂ। ਪਿਆਲੇ ਦੇ ਯਾਰ ਆਪੇ ਪਾਸੇ ਹੋ ਜਾਣਗੇ ਵੀ ਇਹਦਾ ਸਿੰਘ ਸੱਜ ਗਿਆ। ਕੁਦਰਤ ਵੱਲੋਂ ਹੀ ਪਾਵਰਾਂ ਬਣ ਜਾਂਦੀਆਂ ਨੇ। ਮਹਾਰਾਜ ਆਪਣੇ ਆਪ ਹੀ ਰਹਿਤ ਰਖਾ ਦਿੰਦਾ। ਯਤਨ ਤਾਂ ਕਰੀਏ, ਗੁਰੂ ਸਾਹਿਬ ਦਾ ਬਲ ਮਿਲਦਾ ਹੈ, ਸ਼ਕਤੀ ਮਿਲਦੀ ਹੈ। ਇਸ ਵਾਸਤੇ ਗੁਰੂ ਸਾਹਿਬ ਤੇ ਸ਼ਰਧਾ ਹੋਣੀ ਚਾਹੀਦੀ ਹੈ। ਜੇ ਉਮਰ ਵੱਡੀ ਹੈ ਤੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀਏ, ਮਹਾਰਾਜ ਬਲ ਬਖਸ਼ਿਸ਼ ਕਰਨ। ਸੁਭਾਏ ਮਨ ਮੁਖ ਤੋਂ ਕਹਿ ਕੇ ਮਹਾਰਾਜ ਨੇ ਸਮਝਾਇਆ। ਅਮਨੇ ਉੱਤਮ ਪੰਥ ਚਲਾਇਓ। ਅਸੀਂ ਭਾਈ ਇੱਕ ਉੱਤਮ ਪੰਥ ਚਲਾਇਆ ਹੈ। ਲੋਕ ਪਰਲੋਕ ਬਿਖੈ ਸੁਖਦਾਇਕ। ਜਿਹੜਾ ਲੋਕ ਪਰਲੋਕ ਦੇ ਵਿੱਚ ਸੁਖਦਾਇਕ ਹੈ। ਰਾਜ ਤੇਜ ਜੁਤ ਹਮਾਰੇ ਪਕਾਇਕ। ਤੇ ਵੈਰੀਆਂ ਨੂੰ ਮਾਰ ਕੇ ਰਾਜ ਤੇਜ ਸਹਿਤ ਹੋਵੇਗਾ। ਇਸ ਜਹਾਜ਼ ਪਰ ਚੜ ਹੈ ਜੋ ਆਏ। ਇਹ ਜਹਾਜ਼ ਦੇ ਉੱਪਰ ਜਿਹੜਾ ਵੀ ਆ ਕੇ ਚੜੇਗਾ ਕੀਟੀ ਤੇ ਗਯੰਦ ਬਨ ਜਾਏ। ਉਹ ਕੀੜੀ ਤੋਂ ਹਾਥੀ ਬਣ ਜਾਵੇਗਾ। ਹਾਥੀਆਂ ਦਾ ਰਾਜਾ ਬੱਬਰ ਸ਼ੇਰ ਬਣ ਜਾਵੇਗਾ। ਜਿਵੇਂ ਵੇਖੋ ਭਾਈ ਬਚਿੱਤਰ ਸਿੰਘ ਗਠਵੇਂ ਸਰੀਰ ਵਾਲਾ, ਛੋਟੇ ਕੱਦ ਵਾਲਾ ਸੀਗਾ। ਉਹਨੇ ਰਾਜਿਆਂ ਦੇ ਖੂਨੀ ਹਾਥੀ ਦਾ ਮੁਕਾਬਲਾ ਕਰਕੇ ਜਿਹੜੀ ਨਾਗਨੀ ਵਰਸ਼ੀ ਉਹਦੇ ਨਾਲ ਤਵੀਆਂ ਭੰਨ ਕੇ ਤੇ ਉਹਨੂੰ ਜ਼ਖਮੀ ਕੀਤਾ ਸੀ। ਫਿਰ ਭਾਈ ਉਦੇ ਸਿੰਘ ਨੇ ਉਹਦੀ ਸੁੰਡ ਵੱਢ ਕੇ
ਤੇ ਉਹਨੂੰ ਪਿਛਾਂਹ ਨੂੰ ਤੋਰ ਦਿੱਤਾ। ਇਉਂ ਆਪ ਦੀਆਂ ਫੌਜਾਂ ਨੂੰ ਲਤਾੜਦਾ, ਚਿੰਗਾੜਦਾ ਸਤਲੁਜ ਦਰਿਆ 'ਚ ਡੁੱਬ ਕੇ ਮਰ ਗਿਆ ਸੀਗਾ। ਇਉਂ ਮਹਾਰਾਜ ਕਹਿੰਦੇ ਆਪਾਂ ਅਮਰ ਛਕਾ ਕੇ ਤੇ ਕੀੜੀਆਂ ਤੋਂ ਹਾਥੀਆਂ ਦਾ ਰਾਜਾ ਬਣਾਇਆ ਹੈ। ਜੇ ਸਿਆਲ ਸਮ ਸਭ ਤੇ ਡਰੈ, ਜਿਹੜੇ ਗਿੱਦੜ ਵਾਂਗ ਸਭ ਤੋਂ ਡਰਦੇ ਸਨ, ਬਨ ਸਿੰਘ ਸਿੰਘ ਨਾਮ ਜਤਾਰੈ। ਉਹ ਸ਼ੇਰ ਬਣ ਜਾਣਗੇ ਤੇ ਸਿੰਘ ਹੀ ਆਪਣਾ ਨਾਮ ਧਰਨਗੇ। ਸਿੰਘ ਨਾਮ ਹੁੰਦਾ ਵੀ ਸ਼ੇਰ ਦਾ ਹੈ। ਜਾਂ ਤੇ ਤੂੰ ਪੀ ਧਾਰਨ ਕਰੀਆ, ਇਸ ਲਈ ਤੂੰ ਵੀ ਅੰਮ੍ਰਿਤ ਧਾਰਨ ਕਰ। ਰੀਤ ਮਸੰਦੀ ਨਾਹਿਨ ਧਰੀਐ, ਮਸੰਦਾਂ ਵਾਲੀ ਰੀਤੀ ਨਾ ਧਾਰਨ ਕਰ। ਮਸੰਦ ਨਹੀਂ ਅੰਮ੍ਰਿਤ ਛਕਦੇ ਸਨ, ਉਹ ਮਹਾਰਾਜ ਨੂੰ ਨਿਆਣਾ ਸਮਝਦੇ ਸੀਗੇ। ਜਿਸ ਤਰ੍ਹਾਂ ਦੁਨੀ ਚੰਦ ਮਸੰਦ ਵੇਖੋ ਭੱਜ ਗਿਆ ਸੀਗਾ, ਲੱਤ ਟੁੱਟ ਗਈ ਸੀ ਉਹਦੀ, ਭੱਜਣ ਲੱਗਿਆ ਫਿਰ ਸੱਪ ਲੜ ਕੇ ਮਰ ਗਿਆ। ਮਹਾਰਾਜ ਕਹਿੰਦੇ ਵੀ ਮੌਤ ਨੇ ਤਾਂ ਘਰ ਵੀ ਨਹੀਂ ਛੱਡਣਾ। ਮੂਸਾ ਭੱਜਾ ਮੌਤ ਤੇ ਅੱਗੇ ਮੌਤ ਖੜੀ। ਮੂਸਾ ਨਾਮ ਹੈ ਚੂਹੇ ਦਾ, ਮੌਤ ਤਾਂ ਫਿਰ ਵੀ ਆ ਹੀ ਜਾਣੀ ਹੈ। ਜੇ ਰੋਡੇ 'ਚ ਵੜ ਗਿਆ ਤੇ ਸੱਪ ਖਾ ਜਾਊਗਾ। ਤੇ ਇਸ ਵਾਸਤੇ ਸੱਪ ਨੇ ਡੰਗ ਮਾਰਤਾ ਸੀਗਾ ਚੂਹੇ ਦੀ ਤਰ੍ਹਾਂ, ਤੇ ਬੁਰੀ ਮੌਤੇ ਮਰਿਆ। ਮਹਾਰਾਜ ਕਹਿੰਦੇ ਮਸੰਦ ਨਹੀਂ ਬਣੀਦਾ, ਸਿੰਘ ਬਣੀਦਾ ਮਹਾਰਾਜ ਦਾ। ਤੋ ਇਸ ਵਾਸਤੇ ਬਹਾਦਰੀ ਵਾਲਾ ਕੋਈ ਕਾਰਨਾਮਾ ਕਰੋ। ਸੋਨ ਪੁਨ ਬਚਨ ਹਟਾਵਨ ਕੀਨਾ, ਇਹਦੀ ਉਮਰ ਜ਼ਿਆਦੀ ਹੋਊਗੀ, ਮਹਾਰਾਜ ਦੀ ਛੋਟੀ ਹੋਊਗੀ। ਆਪ ਨੂੰ ਵੈਸੇ ਵੀ ਵੱਡਾ ਮੰਨਦਾ ਹੋਊਗਾ। ਇਹਦੇ ਮਨ ਦੇ ਖਿਆਲਾਤ, ਉਹਨੇ ਦੁਬਾਰਾ ਗੁਰੂ ਮਹਾਰਾਜ ਦਾ ਬਚਨ ਸੁਣ ਕੇ ਫਿਰ ਵੀ ਨਾ ਮੰਨਿਆ। ਗੁਰੂ ਬਾਕ ਪਰ ਨਾਹਿਨ ਪਤੀਨਾ, ਗੁਰੂ ਸਾਹਿਬਾਂ ਦੇ ਬਚਨਾਂ ਤੇ ਭਰੋਸਾ ਨਾ ਕੀਤਾ। ਅਬ ਤੋ ਕਿਰਪਾ ਕਰੋ ਰਹਿ ਐਸੇ, ਕਹਿਣ ਲੱਗਾ ਜੀ ਹੁਣ ਤਾਂ ਇੰਝ ਹੀ ਕਿਰਪਾ ਕਰੋ ਜੀ, ਮੈਂ ਤਾਂ ਇਸ ਤਰ੍ਹਾਂ ਹੀ ਰਹਾਂਗਾ। ਪਿਤਾ ਪਿਤਾਮਾ ਹਮਾਰੇ ਜੈਸੇ, ਜਿਵੇਂ ਸਾਡੇ ਪਿਓ ਤੇ ਦਾਦੇ ਰਹਿੰਦੇ ਆਏ ਹਨ। ਕਈ ਕਹਿੰਦੇ ਗੁਰੂ ਨਾਨਕ ਨੇ ਕਿਹੜਾ ਅਮਰ ਛਕਿਆ ਸੀਗਾ। ਅਖੇ ਆਪਾਂ ਤਾਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ। ਸਿੱਖ ਤਾਂ ਹੋ, ਅਸੀਂ ਮੱਥਾ ਟੇਕਦੇ ਹਾਂ ਤੇ ਪਰ ਮਹਾਰਾਜ ਗੁਰੂ ਗੋਬਿੰਦ ਸਿੰਘ ਵੀ ਤਾਂ ਉਹਨਾਂ ਦੀ ਜੋਤ ਨੇ। ਫਰਕ ਨਹੀਂ ਸਮਝਣਾ ਚਾਹੀਦਾ। ਹਾਂ, ਆਪਦੀ ਗਲਤੀ ਮੰਨੀ ਹੈ ਵੀ ਸਾਡਾ ਮਨ ਨਹੀਂ ਮੰਨਦਾ, ਪਰ ਇਸ ਤਰ੍ਹਾਂ ਦੇ ਬਚਨ ਨਹੀਂ ਹੋਣੇ ਚਾਹੀਦੇ। ਸੁਣ ਕਰ ਗੁਰ ਸਰਾਪ ਤਬ ਦੀਨਾ, ਸੁਣ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਤਾ ਬੜਾ ਸਖਤ। ਬਾਰ ਬਾਰ ਬਚ ਬਾਰਨ ਕੀਨਾ, ਬਾਰ ਬਾਰ ਮਹਾਰਾਜ ਦੇ ਬਚਨਾਂ ਨੂੰ ਮੋੜਿਆ। ਹਮ ਤੇ ਨਹਿ ਪਾਹੁਲ ਤੈ ਲਾਈ, ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਸਾਥੋਂ ਅੰਮ੍ਰਿਤ ਨਹੀਂ ਲਿਆ। ਅਪਰ ਬੁੱਧ ਹਠ ਤੇ ਧਿੜਕਾਈ, ਜਿਹਦੇ ਨਾਲ ਹੋਰ ਬੁੱਧੀ ਧਾਰਨ ਕੀਤੀ ਹੈ। ਮਿਲਹਿ ਨੀਮ ਜਪੈ ਹਮਾਰੇ, ਸੋ ਜਿਸ ਵਕਤ ਤੂੰ ਨੀਵਾਂ ਹੋ ਕੇ ਸਾਨੂੰ ਮਿਲੇਗਾ, ਤਿਨ ਕੇ ਕਰ ਹੈ ਅੰਗੀਕਾਰੇ, ਜਦੋਂ ਨੀਵਾਂ ਹੋ ਕੇ ਮਿਲੇਗਾ ਤਾਂ ਤੇਰਾ ਅਸੀਂ ਕੁਝ ਅੰਗੀਕਾਰ ਕਰਾਂਗੇ। ਸੁਣ ਕਰ ਦਿਆਲ ਦਾਸ ਭਾਮੋਨ, ਇਹ ਸੁਣ ਕੇ ਦਿਆਲ ਦਾਸ ਚੁੱਪ ਰਿਹਾ। ਕੀਤਕ ਚਿਰ ਮੈਂ ਗਮਨਿਓ ਪੌਨ, ਕੁਝ ਚਿਰ ਬਾਅਦ ਆਪਦੇ ਘਰ ਨੂੰ ਚਲਾ ਗਿਆ। ਪਛਤਾਪ ਕਰਤ ਚਲ ਗਇਓ, ਪਛਤਾਵਾ ਕਰਦਾ ਹੋਇਆ ਹੀ ਚਲਾ ਗਿਆ। ਗੁਰ ਕੇ ਸੰਗ ਬਿਰਸ ਬਹੁ ਭਇਓ, ਕਿਉਂ ਸਾਧ ਸੰਗਤ ਜੀ ਉਹ ਭਾਈ ਦਿਆਲ ਦਾਸ ਦੀ ਬੇਰਸੀ ਹੋ ਗਈ ਗੁਰੂ ਜੀ ਮਹਾਰਾਜ ਦੇ ਨਾਲ, ਕਿਉਂਕਿ ਮਹਾਰਾਜ ਦਾ ਬਚਨ ਨਹੀਂ ਮੰਨਿਆ ਗਿਆ। ਤੋ ਅੱਗੇ ਜਿਵੇਂ ਪ੍ਰਸੰਗ ਆਏਗਾ ਆਪ ਸਰਵਣ ਕਰਿਓ। ਭੁੱਲਾਂ ਚੁੱਕਾ ਖਿਮਾ ਕਰਨੀ ਹੈ ਜੀ। ਅੱਗੇ ਤੋਂ ਸਮਤ ਬਖਸ਼ਣੀ। ਪਛਤਾਪ ਕਰਤ ਜਲ ਗਇਓ, ਗੁਰ ਕੇ ਸੰਗ ਬੇਰਸ ਬਹੁ ਭਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।